मौजूद है। बहुत बहुत स्वागत है तुहाडा। ते सब तो पहला कंग्रेचुलेशनस, इन्ने सोहने ते इन्ने प्यारे सब्जैक्ट नूं तुसीं चूज कीता, सो कंग्रेचुलेशन पहले, क्योंकि ऑब्वियसली हिट, सुपर हिट, ब्लॉकबस्टर ये सब बाकी फिल्मां लई हुंदे ने, ਜਿਹੜੇ ਦਿਲ ਨੂੰ ਛੂਹਣ ਵਾਲੀਆਂ ਹੁੰਦੀਆਂ ਉਹਨਾਂ ਨਾਲ ਸਿਰਫ ਦਿਲ ਦੀਆਂ ਗੱਲਾਂ ਹੁੰਦੀਆਂ ਨੇ। ਸੋ ਸਭ ਤੋਂ ਪਹਿਲਾਂ ਫਿਲਮ ਦੇ ਵਨ ਮੈਨ ਆਰਮੀ ਤੇ ਸਾਡੀ ਫਿਲਮ ਦੇ ਪ੍ਰੋਡਿਊਸਰ ਤੇ ਫਿਲਮ ਦੇ ਮੇਨ ਐਕਟਰ ਗਿੱਪੀ ਗਰੇਵਾਲ ਜੀ ਨਾਲ ਗੱਲ ਕਰਨਾ ਚਾਹਾਂਗੇ। ਤੁਸੀਂ ਹਮੇਸ਼ਾ ਆਡੀਅנס ਨੂੰ ਜਦੋਂ ਵੀ ਪੂਰੇ ਸਾਲ ਦਾ ਇੱਕ ਪੈਕੇਜ ਦਿੰਦੇ ਹੋ ਤੁਹਾਡੀ ਫਿਲਮਾਂ ਦਾ, ਵਿੱਚ ਐਂਟਰਟੇਨਿੰਗ ਫਿਲਮਾਂ ਹੁੰਦੀਆਂ ਨੇ, ਕੁਝ ਰੋਮ-ਕੌਮ ਹੁੰਦੀਆਂ ਨੇ, ਲੇਕਿਨ ਇਸ ਦੇ ਨਾਲ ਹੀ ਹਮੇਸ਼ਾ ਧਿਆਨ ਰੱਖਦੇ ਹੋ ਕਿ ਜਿਹੜੇ ਐਕਚੁਅਲ ਮੁੱਦੇ ਨੇ, ਜਿਹੜੇ ਸੈਂਸਿਟਿਵ ਇਸ਼ੂ ਨੇ, ਉਹਨਾਂ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਵੀ ਕੀਤਾ ਜਾਂਦਾ ਹੈ। ਅਰਦਾਸ ਜਾਂ ਅਰਦਾਸ ਕਰਾਂ ਉਹ ਫਿਲਮਾਂ ਨੇ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਦਾ ਇੱਕ ਦੌਰ ਬਦਲ ਦਿੱਤਾ। ਐਂਡ ਦੈਨ ਮਾਂ, ਹਮੇਸ਼ਾ ਅਸੀਂ ਦੇਖਦੇ ਹਾਂ ਕਿ ਮਾਂ ਦਾ ਕਿਰਦਾਰ ਸਾਨੂੰ ਫਿਲਮਾਂ ਦੇ ਵਿੱਚ ਵੇਖਣ ਨੂੰ ਮਿਲਦਾ, ਲੇਕਿਨ ਉਹ ਕਿਰਦਾਰ ਕਿਤੇ ਲੁਕ ਜਾਂਦਾ ਹੈ। ਇੱਕ ਮਾਂ ਦੇ ਕਿਰਦਾਰ ਤੇ ਪੂਰੀ ਫਿਲਮ ਤੁਸੀਂ ਬਣਾਈ ਹੈ। ਸੋ ਕਿਸ ਤਰ੍ਹਾਂ ਇਸ ਥਾਟ ਦੀ ਸ਼ੁਰੂਆਤ ਹੋਈ ਤੇ ਕਿਸ ਤਰ੍ਹਾਂ ਪ੍ਰੋਸੈਸ ਰਿਹਾ, ਪਲੀਜ਼ ਸ਼ੇਅਰ ਵਿਦ ਅਸ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਸਾਰਿਆਂ ਨੂੰ ਜੀ ਮੈਂ ਕਹਿੰਦੇ ਆ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਤੁਸੀਂ ਇੱਥੇ ਮਾਂ ਜਿਹੜੀ ਫਿਲਮ ਹੈ ਜੀ ਸਾਡੀ, ਇਹ ਬਹੁਤ ਟਾਈਮ ਤੋਂ ਪਲਾਨ ਕਰ ਰਹੇ ਸੀ ਅਸੀਂ। ਪਹਿਲੀ ਫਿਲਮ ਸੀਗੀ ਹੰਬਲ ਮੋਸ਼ਨ ਪਿਕਚਰ ਦੀ, ਐਕਚੁਅਲੀ ਜਿਹੜੀ ਅਸੀਂ ਬਣਾਉਣੀ ਚਾਹੁੰਦੇ ਸੀ ਉਹ ਮਾਂ ਸੀ। ਮੈਂ ਕਹਾਣੀ ਜਦੋਂ ਮੈਂ ਸੋਚਿਆ ਕਿ ਬਣਾਈ, ਹੈਲੋ, ਤੇ ਰਾਣੇ ਬਾਈ ਨੂੰ ਕਿਹਾ ਕਿ ਬਾਈ ਇਸ ਸਬਜੈਕਟ ਦੇ ਉੱਤੇ ਕੁਝ ਲਿਖੋ, ਤੇ ਉਹਨਾਂ ਨੇ ਸ਼ੁਰੂ ਕੀਤਾ। ਇਨ ਬਿਟਵੀਨ ਅਸੀਂ ਅਰਦਾਸ ਲਿਖ ਲਈ ਤੇ ਅਰਦਾਸ ਬਣ ਗਈ, ਪਹਿਲਾਂ ਮੰਜੇ ਬਿਸਤਰੇ ਆ ਗਈ। ਸਬਜੈਕਟ ਐਡਾ ਵੱਡਾ ਸੀਗਾ ਕਿ ਟਾਈਮ ਲੱਗਦਾ ਗਿਆ। ਉਸ ਤੋਂ ਬਾਅਦ ਜਦੋਂ ਫਿਲਮ ਰੈਡੀ ਹੋਈ ਤਾਂ ਕਾਸਟਿੰਗ ਦਾ ਰੌਲਾ ਪੈਣ ਲੱਗ ਗਿਆ ਕਿ ਯਾਰ ਮਾਂ ਜਿਹੜਾ ਮੇਨ ਕਿਰਦਾਰ ਹੈ ਉਹ ਪਲੇ ਕੌਣ ਕਰੂ। ਉਸ ਵੇਲੇ ਸੱਚੀ, ਕਿਉਂਕਿ ਦਿਵਿਆ ਜੀ ਨੇ ਬਹੁਤ ਟਾਈਮ ਤੋਂ ਪੰਜਾਬੀ ਕੋਈ ਫਿਲਮ ਨਹੀਂ ਸੀ ਕੀਤੀ, ਸਾਡੇ ਇਮੀਡੀਏਟ ਦਿਮਾਗ 'ਚ ਨਹੀਂ ਆਇਆ। ਤੇ ਜਦੋਂ ਆਇਆ ਫਿਰ ਇਹਨਾਂ ਨੂੰ ਮਨਾਉਣਾ ਪਿਆ ਤੇ ਹੁਣ ਜਦੋਂ ਮੰਨ ਗਏ ਤੇ ਫਾਈਨਲੀ ਇਹ ਸਬਜੈਕਟ ਬਣਿਆ ਵਾ। ਮੈਂ ਸੱਚੀ ਕਹਿ ਰਿਹਾ ਕਿ ਮੈਨੂੰ ਇੱਦਾਂ ਲੱਗਦਾ ਕਿ ਸਾਡੀ ਹੰਬਲ ਮੋਸ਼ਨ ਪਿਕਚਰ ਦੀ ਇਹ ਸਭ ਤੋਂ ਵਧੀਆ ਫਿਲਮ ਹੋਊਗੀ। ਬਹੁਤ ਮਿਹਨਤ ਕੀਤੀ ਆ ਪੂਰੀ ਟੀਮ ਨੇ, ਜਿਹਦਾ ਕਿਸੇ ਦੇ ਚਾਹੇ ਘੱਟ ਸੀਨ ਨੇ ਚਾਹੇ ਵੱਧ ਸੀਨ ਨੇ, ਹਰ ਰੋਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸ ਫਿਲਮ ਦੇ ਵਿੱਚ। ਕੋਈ ਵੀ ਕਰੈਕਟਰ ਵੇਸਟ ਨਹੀਂ ਹੋਇਆ ਹੈਗਾ। ਸੋ ਬਸ ਹੁਣ ਤਾਂ ਇੱਕ ਦਿਨ ਰਹਿ ਗਿਆ, ਅੱਜ ਸ਼ਾਮ ਨੂੰ ਤੁਹਾਨੂੰ ਫਿਲਮ ਦਿਖਾ ਦੇਣੀ ਆ ਅਸੀਂ, ਤੁਸੀਂ ਦੇਖਿਓ। ਬਾਕੀ ਤੁਸੀਂ ਦੇਖ ਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗੀ, ਆਪਣੇ ਫੀਡਬੈਕ ਦਿਓ ਜੀ। ਥੈਂਕ ਯੂ ਸੋ ਮਚ। ਥੈਂਕ ਯੂ। ਤੇ ਦਿਵਿਆ ਦੱਤਾ ਮੈਮ, ਥੈਂਕ ਯੂ, ਤੁਸੀਂ ਇਸ ਪ੍ਰੋਜੈਕਟ ਲਈ ਹਾਂ ਕਰ ਦਿੱਤੀ, ਬਿਕੋਜ਼ ਜਿੰਨੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਇਹ ਰੋਲ ਪਲੇ ਕੀਤਾ ਹੈ, ਲੱਗਦਾ ਨਹੀਂ ਕਿ ਮਤਲਬ ਇੰਨੇ ਸੋਹਣੇ ਤਰੀਕੇ ਦੇ ਨਾਲ ਇਸ ਤਰ੍ਹਾਂ ਦੇ ਵੱਖਰੇ ਵੱਖਰੇ ਮਾਂ ਦੀ ਮਮਤਾ, ਮਾਂ ਦੇ ਕਿਰਦਾਰ, ਮਾਂ ਦਾ ਉਹ ਰੋਹ, ਮਾਂ ਦਾ ਗੁੱਸਾ, ਪਿਆਰ, ਇੰਨੇ ਵੇਰੀਏਸ਼ਨ ਸਾਨੂੰ ਕਿਤੇ ਵੇਖਣ ਨੂੰ ਮਿਲਦੇ। ਐਂਡ ਵਾਂਸ ਅਗੇਨ ਵੈਲਕਮ ਬੈਕ ਟੂ ਪੰਜਾਬੀ ਇੰਡਸਟਰੀ। ਉਮੀਦ ਕਰਦੇ ਹਾਂ ਕਿ ਅੱਗੇ ਹੋਰ ਵੀ ਪ੍ਰੋਜੈਕਟਸ ਵੇਖਣ ਨੂੰ ਮਿਲਣਗੇ। ਉਹ ਤਾਂ ਗਿੱਪੀ ਸਰ ਨੇ ਕਰ ਦਿੱਤੇ ਹੁਣ ਡਿਜ਼ਾਈਨ। ਓਕੇ, ਸੋ ਟਾਕਿੰਗ ਅਬਾਊਟ ਅ ਫਿਲਮ, ਮੈਂ ਦੇਖ ਰਹੀ ਸੀ ਕਿ ਜਦੋਂ ਤੁਸੀਂ ਟ੍ਰੇਲਰ ਤੇ ਗਾਣੇ ਵੇਖ ਰਹੇ ਸੀ ਤਾਂ ਇੱਕ ਇਮੋਸ਼ਨਸ ਦੀ ਰੋਲਰ ਕੋਸਟਰ ਰਾਈਡ ਚੱਲ ਰਹੀ ਸੀ ਅੰਦਰ। ਅਲੱਗ-ਅਲੱਗ ਤਰ੍ਹਾਂ ਦੇ ਇਮੋਸ਼ਨ ਫੀਲ ਹੋ ਰਹੇ ਸੀ, ਬਿਕੋਜ਼ ਆਬਵੀਅਸਲੀ ਤੁਸੀਂ ਜੋ ਸ਼ੂਟ ਕੀਤਾ ਹੋਏਗਾ ਤਾਂ ਕੁਝ ਹਾਸੇ ਵਾਲੇ ਪਲ ਰਹੇ ਹੋਣੇ, ਕੁਝ ਇਮੋਸ਼ਨਲ ਮੂਮੈਂਟਸ ਰਹੇ ਹੋਣੇ। ਸੋ ਪਲੀਜ਼ ਆਪਣਾ ਸ਼ੂਟਿੰਗ ਐਕਸਪੀਰੀਅੰਸ ਆਪਣੇ ਨਾਲ ਸ਼ੇਅਰ ਕਰਿਓ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਪਹਿਲਾਂ ਸਾਰਿਆਂ ਨੂੰ। ਮੇਰੇ ਲਈ ਅੱਜ ਦਾ ਦਿਨ ਬਹੁਤ ਖਾਸ ਹੈ ਕਿਉਂਕਿ ਪੂਰੀ ਕਾਸਟ ਨਾਲ ਅੱਜ ਅਸੀਂ ਇਕੱਠਿਆਂ ਬੈਠੇ ਹਾਂ ਤੇ ਇਹ ਖਾਸ ਫਿਲਮ ਬਹੁਤ ਸਾਰਿਆਂ ਨਾਲ, ਤੁਹਾਡਿਆਂ ਨਾਲ ਸਾਂਝੀ ਕਰ ਰਹੇ ਹਾਂ। ਯੈਸ, ਮੈਂ ਬਹੁਤ ਟਾਈਮ ਦੇ ਬਾਅਦ ਪੰਜਾਬੀ ਫਿਲਮਾਂ 'ਚ ਆਈ ਹਾਂ ਤੇ ਮੈਂ ਬਹੁਤ ਖੁਸ਼ ਹਾਂ ਕਿ ਇਸ ਫਿਲਮ ਰਾਹੀਂ ਆਈ ਹਾਂ। ਇਸ ਤੋਂ ਜ਼ਿਆਦਾ ਪਿਆਰੀ, ਖੂਬਸੂਰਤ, ਵੱਡੀ ਫਿਲਮ ਨਹੀਂ ਹੋ ਸਕਦੀ ਸੀ। ਸੋ ਆਈ ਹੈਵ ਟੂ ਥੈਂਕ ਗਿੱਪੀ ਜਿਨ੍ਹਾਂ ਨੇ ਇਹ ਸਟੋਰੀ ਸੁਣਾਈ ਇਸ ਇੰਨੀ ਖੂਬਸੂਰਤੀ ਨਾਲ। ਪਰ ਅੱਜ ਜਦ ਮੈਂ ਦੇਖ ਰਹੀ ਹਾਂ ਸਾਰੇ ਗਾਣੇ ਇਕੱਠਿਆਂ, ਸਾਰੀ ਕਾਸਟ ਨਾਲ, ਸਾਰੀ ਪ੍ਰੈਸ ਨਾਲ, ਉਹਦਾ ਹਾਲੇ ਹੈਂਗਓਵਰ ਹੈਗਾ ਮੇਰਾ। ਸੋ ਆਈ ਡੋਂਟ ਨੋ ਹਾਊ ਮਚ ਆਈ ਕੈਨ ਟਾਕ ਰਾਈਟ ਨਾਓ, ਬਟ ਮੈਨੂੰ ਲੱਗਦਾ ਹੈ ਸਭ ਤੋਂ ਵੱਡੀ ਗਿਫਟ ਕਮਿੰਗ ਫਰੋਮ ਹੰਬਲ ਮੋਸ਼ਨ ਪਿਕਚਰਸ ਇਸ ਮਦਰਸ ਡੇ 'ਤੇ ਸਾਰੇ ਬੱਚਿਆਂ ਨੂੰ, ਸਾਰੇ ਮਾਪਿਆਂ ਨੂੰ ਹੈਗੀ ਹੈ। ਐਂਡ ਮੈਂ ਬਹੁਤ ਖੁਸ਼ ਹਾਂ ਕਿ ਇਸ ਦਾ ਇੱਕ ਅਹਿਮ ਹਿੱਸਾ ਮੈਂ ਬਣ ਸਕੀ। ਤਹਿ ਦਿਲੋਂ ਸ਼ੁਕਰੀਆ ਮੇਰੀ ਬਹੁਤ ਹੀ ਪਿਆਰੀ ਟੀਮ ਨੂੰ, ਇੱਕ ਇੱਕ ਬੰਦੇ ਨਾਲ, ਮਤਲਬ ਮੈਂ ਬਹੁਤ ਬਹੁਤ ਪਿਆਰ ਨਾਲ, ਇਹਨਾਂ ਸਾਰਿਆਂ ਨੇ ਮੈਨੂੰ ਇੰਨਾ ਪਿਆਰ ਦਿੱਤਾ, ਇੰਨਾ ਨਿੱਘਾਪਣ ਦਿੱਤਾ ਦੈਟ ਆਈ ਐਕਚੁਅਲੀ ਐਮ ਫੀਲਿੰਗ ਸੋ ਗੁੱਡ ਕਿ ਵਾਪਸ ਫੈਮਿਲੀ ਨੂੰ ਮਿਲੀ ਆ ਕੇ। ਸੋ ਆਈ ਐਮ ਰਾਈਟ ਨਾਓ ਵੈਰੀ ਇਮੋਸ਼ਨਲ। ਬਾਅਦ ਸਵਾਲਾਂ ਦੇ ਜਵਾਬ ਦਿੰਦੀ ਹਾਂ, ਬਟ ਥੈਂਕ ਯੂ। ਯਾ ਆਈ ਕੈਨ ਟੋਟਲੀ ਅੰਡਰਸਟੈਂਡ, ਕਿਉਂਕਿ ਆਹ ਜਿਹੜੇ 5-7 ਮਿੰਟ ਦਾ ਆਪਾਂ ਟ੍ਰੇਲਰ ਗਾਣੇ ਵੇਖੇ ਨੇ, ਮੈਨੂੰ ਖੁਦ ਨੂੰ ਥੋੜੇ ਜਿਹੇ ਗੂਜ਼ਬੰਪ ਫੀਲ ਹੋ ਰਹੇ ਨੇ। ਹੁਣ ਮੈਂ ਲਾ ਰਿਹਾ ਘਰੇ ਜਾ ਕੇ ਮੰਮੀ ਨੂੰ ਕਿਸ ਕਰਨੀ, ਸੌਰੀ ਬੋਲਣੀ ਹੈ, ਮੈਂ ਯਾਦ ਕਰ ਰਹੀ। ਓਕੇ, ਸੋ ਗੁਰਪ੍ਰੀਤ ਘੁੱਗੀ ਜੀ, ਸਰ ਓਬਵੀਅਸਲੀ ਤੁਸੀਂ ਫਿਲਮਾਂ ਦੇ ਵਿੱਚ ਕਿਹੜੇ ਕਿਰਦਾਰਾਂ ਦੇ ਵਿੱਚ ਨਜ਼ਰ ਆ ਰਹੇ ਹੋ, ਉਹ ਤਾਂ ਅਸੀਂ ਹੁਣ ਕਾਊਂਟ ਕਰਨਾ ਛੱਡ ਦਿੱਤਾ ਹੈ, ਕਿਉਂਕਿ ਕਦੇ ਤੁਸੀਂ ਹਸਾਉਂਦੇ ਹੋ, ਕਦੇ ਰੁਲਾਉਂਦੇ ਹੋ, ਕਦੀ ਤੁਹਾਡੇ ਕਿਰਦਾਰ ਦੇ ਕੇ ਗੁੱਸਾ ਆਉਂਦਾ ਹੈ ਕਿ ਆਏ ਐਡਾ ਭੈੜਾ ਬੰਦਾ
ਦਾ ਵੀ ਹੋ ਸਕਦਾ ਹਰ ਤਰ੍ਹਾਂ ਦੇ ਕਿਰਦਾਰ ਤੁਸੀਂ ਇੰਨੇ ਪਰਫੈਕਟਲੀ ਪਲੇ ਕਰਦੇ ਹੋ ਕਿ ਮਤਲਬ ਬਹੁਤ ਔਖਾ ਹੋ ਜਾਂਦਾ ਹੈ ਦੇਖਣਾ ਕਿ ਇਸ ਕਿਰਦਾਰ 'ਚ ਇੰਨੀ ਵੇਰੀਏਸ਼ਨ ਵੀ ਆ ਸਕਦੀ ਹੈ ਸੋ ਅਗੇਨ ਟਾਕਿੰਗ ਟੂ ਦ ਮਾਂ ਫਿਲਮ ਇਸ ਫਿਲਮ ਦੇ ਵਿੱਚ ਵੀ ਹਾਲਾਂਕਿ ਫਿਲਮ ਦੇ ਟ੍ਰੇਲਰ ਨੂੰ ਵੇਖ ਕੇ ਪਤਾ ਲੱਗ ਰਿਹਾ ਕਿ ਫਰਸਟ ਹਾਫ ਦੇ ਵਿੱਚ ਹੀ ਜਾਂ ਫਿਲਮ ਦੇ ਘੱਟ ਹਿੱਸੇ ਦੇ ਵਿੱਚ ਤੁਹਾਡੇ ਕਿਰਦਾਰ ਵੇਖਣ ਨੂੰ ਮਿਲੇਗਾ ਲੇਕਿਨ ਉਸ ਦੇ ਨਾਲ ਪੇਅਰਿੰਗ ਇਸ ਤਰ੍ਹਾਂ ਦੀ ਤੇ ਇੰਨੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਇਹ ਕਿਰਦਾਰ ਪਲੇ ਕੀਤਾ ਹੈ ਸੋ ਆਪਣੇ ਕੈਰੈਕਟਰ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਥੈਂਕ ਯੂ ਜੀ ਔਰ ਸਾਰਾ ਕੁਝ ਆਪਾਂ ਜਿੱਦਣ ਦੀ ਪ੍ਰਮੋਸ਼ਨ ਸ਼ੁਰੂ ਕੀਤੀ ਕਹੀ ਜਾ ਰਹੇ ਹਾਂ ਪਰ ਸਾਨੂੰ ਅੱਜ ਵੀ ਲੱਗਦਾ ਕਿ ਅਸੀਂ ਮਾਂ ਨੂੰ ਡਿਸਕ੍ਰਾਈਬ ਕਰ ਨਹੀਂ ਪਾਇਆ ਜੀ ਕਿਉਂਕਿ ਮਾਂ ਨੂੰ ਉਹਦੇ ਰਿਸ਼ਤੇ ਨੂੰ ਉਹਦੇ ਨਿੱਘ ਨੂੰ ਉਹਦੀ ਸਿੱਕ ਨੂੰ ਉਹਦੀ ਸ਼ਿੱਦਤ ਨੂੰ ਉਹਦੀ ਮੁਹੱਬਤ ਨੂੰ ਉਹਦੇ ਖਲੂਸ ਨੂੰ ਸ਼ਬਦਾਂ 'ਚ ਬੰਦ ਕਰ ਪਾਉਣਾ ਕਿਸੇ ਭਾਸ਼ਾ ਦੇ ਵੱਸ ਦੀ ਗੱਲ ਨਹੀਂ ਕਿਸੇ ਜ਼ਬਾਨ 'ਚ ਮਾਂ ਦੀ ਮੁਹੱਬਤ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਅਸਮਾਨ ਜਿੱਡੀ ਹੁੰਦੀ ਹੈ ਮਾਂ ਦੀ ਪਰਿਭਾਸ਼ਾ ਨਾ ਅਸਮਾਨ ਨਾਪੇ ਜਾ ਸਕਦੇ ਨੇ ਨਾ ਇੱਕ ਗਲੈਕਸੀ ਨੂੰ ਨਾਪਿਆ ਜਾ ਸਕਦਾ ਨਾ ਮਾਂ ਦੀ ਮੁਹੱਬਤ ਨੂੰ ਨਾਪਿਆ ਜਾ ਸਕਦਾ ਪਰ ਮਾਂ ਸਾਡੇ ਲਈ ਇੰਨਾ ਕੁਝ ਕਰਦੀ ਹੈ ਅਸੀਂ ਕਰਮਾਂ ਵਾਲੇ ਹੁੰਦੇ ਹਾਂ ਜਦੋਂ ਸਾਨੂੰ ਵੀ ਮਾਂ ਲਈ ਕੁਝ ਕਰਨ ਦਾ ਮੌਕਾ ਮਿਲਦਾ ਹੈ ਤੇ ਮੈਨੂੰ ਲੱਗਦਾ ਸਾਡੀ ਐਂਟਾਇਰ ਟੀਮ ਦਾ ਇਹ ਸੁਭਾਗ ਹੈ ਸਾਡੇ ਲਈ ਬਹੁਤ ਵੱਡੇ ਕਰਮਾਂ ਵਾਲੀ ਗੱਲ ਹੈ ਕਿ ਅਸੀਂ ਕਮਰਸ਼ੀਅਲ ਯੁੱਗ ਦੇ ਵਿੱਚ ਜਦੋਂ ਅਸੀਂ ਸਾਰੇ ਬ੍ਰੈਡ ਐਂਡ ਬਟਰ ਲਈ ਭੱਜੇ ਫਿਰਦੇ ਹਾਂ ਮਟੀਰੀਅਲਿਸਟਿਕ ਰੇਸ ਦੇ ਵਿੱਚ ਭੱਜੇ ਫਿਰਦੇ ਹਾਂ ਜਦੋਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਸ਼ਾਮ ਨੂੰ ਰੋਜ਼ੀ ਰੋਟੀ ਚਾਹੀਦੀ ਹੁੰਦੀ ਹੈ ਉਹਦੇ ਵਿੱਚ ਕੋਈ ਐਸਾ ਨੇਕੀ ਦਾ ਕੰਮ ਵੀ ਹੁੰਦਾ ਜਿਹਦੇ ਨਾਲ ਪੇਟ ਤਾਂ ਰੱਜਦਾ ਹੀ ਰੱਜਦਾ ਪਰ ਰੂਹ ਵੀ ਰੱਜਦੀ ਹੈ ਸਾਡੀ ਰੂਹ ਰੱਜਦੀ ਜਦੋਂ ਇਹੋ ਜਿਹਾ ਕੰਮ ਕਰਦੇ ਹਾਂ ਔਰ ਮੈਨੂੰ ਲੱਗਦਾ ਕਿ ਫਿਲਮਾਂ ਲਗਾਤਾਰ ਕਰੀ ਚਾਹੀਦੀਆਂ ਪਰ ਜਦੋਂ ਅਰਦਾਸ ਕਰਾਂ ਤੇ ਜਾਂ ਮਾਂ ਵਰਗੀਆਂ ਫਿਲਮਾਂ ਕਰਨ ਦਾ ਮੌਕਾ ਮਿਲਦਾ ਤੇ ਲੱਗਦਾ ਸਾਲ 2 ਸਾਲ ਬਾਅਦ ਕਿਤੇ ਜ਼ਿਆਰਤ ਕਰਕੇ ਆਏ ਆ ਕਿਸੇ ਇਬਾਦਤ ਗਾਹ 'ਚ ਗਏ ਆ ਕਿਤੇ ਪ੍ਰਮਾਤਮਾ ਅੱਗੇ ਮੱਥਾ ਟੇਕਣ ਦਾ ਮੌਕਾ ਮਿਲਿਆ ਇਹੋ ਜੀ ਫੀਲ ਅੰਦਰੋਂ ਆਉਂਦੀ ਹੈ ਲੱਗਦਾ ਜਿਵੇਂ ਰੂਹ ਧੋਤੀ ਗਈ ਅੰਦਰੋਂ ਨਿਵਰਤ ਹੋ ਕੇ ਦੁਬਾਰਾ ਫਿਰ ਕੰਮ ਕਰਨ ਯੋਗ ਹੋਏ ਆ ਸੋ ਮਾਂ ਦੇ ਚਰਨਾਂ 'ਚ ਸਜਦਾ ਕਰਦੀ ਇਹ ਫਿਲਮ ਮਾਂ ਥੈਂਕਸ ਟੂ ਗਿੱਪੀ ਗਰੇਵਾਲ ਜਿਹੜੇ ਇਸ ਤਰ੍ਹਾਂ ਦੇ ਸਬਜੈਕਟਸ ਲੈ ਕੇ ਆਉਂਦੇ ਰਹਿੰਦੇ ਨੇ ਔਰ ਸਿਨੇਮਾ ਨੂੰ ਇੱਕ ਨਵਾਂ ਆਯਾਮ ਦਿੱਤਾ ਹੈ ਇੱਕ ਨਵਾਂ ਜਨਰ ਦਿੱਤਾ ਹੈ ਕਿ ਇਸ ਤਰ੍ਹਾਂ ਦੇ ਇਮੋਸ਼ਨ ਦੇ ਨਾਲ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਸੋ ਬਹੁਤ ਮਜ਼ਾ ਆਇਆ ਔਰ ਮੇਰੇ ਲਈ ਇੱਕ ਹੋਰ ਖੁਸ਼ੀ ਦੀ ਗੱਲ ਸੀ ਕਿ ਪਹਿਲੀ ਵਾਰੀ ਦਿਵਿਆ ਜੀ ਦੇ ਆਪੋਜ਼ਿਟ ਕੰਮ ਕਰਨਾ ਸੀ ਉਹਨਾਂ ਦੇ ਨਾਲ ਹੀ ਪਹਿਲੀ ਵਾਰੀ ਕੰਮ ਕਰਨਾ ਸੀ ਆਪੋਜ਼ਿਟ ਤਾਂ ਅਲੱਗ ਗੱਲ ਹੈ ਬਟ ਇਹ ਸਾਡੇ ਲਈ ਮੇਰੇ ਲਈ ਇੱਕ ਚੈਲੰਜ ਹੋ ਜਾਂਦਾ ਜਦੋਂ ਇਸ ਤਰ੍ਹਾਂ ਦੇ ਫਾਈਨ ਆਰਟਿਸਟ ਦੇ ਨਾਲ ਕੰਮ ਕਰਨਾ ਹੋਵੇ ਤੁਹਾਨੂੰ ਐਕਸਰਸਾਈਜ਼ ਜ਼ਿਆਦਾ ਕਰਨੀ ਪੈਂਦੀ ਹੈ ਅੱਗੇ ਮੈਂ ਲਾ ਦਿੰਦਾ ਬੇਟੇ ਸਾਰਿਆਂ ਦੇ ਭਾਜੀ ਉਹਦੇ ਵੱਲੋਂ ਤੁਹਾਨੂੰ ਐਕਸਰਸਾਈਜ਼ ਜ਼ਿਆਦਾ ਕਰਨੀ ਪੈਂਦੀ ਹੈ ਆ ਬੇਟੇ ਕਰਤਾ ਮੇਰੇ 'ਚ ਯਕੀਨ ਨਹੀਂ ਆਇਆ ਰਾਜੀ ਕੋਈ ਬੰਦਾ ਜਿਹਨੂੰ ਇੰਡਸਟਰੀ 'ਚ ਮੇਰੇ 'ਤੇ ਯਕੀਨ ਨਹੀਂ ਹੈਗਾ ਦੀਪੂ ਇਹਦੇ ਕਬੱਡੀ ਕਰਦਾ ਆਇਆ ਵੀ ਪੂਰੀ ਸੋ ਮੈਂ ਬੇਨਤੀ ਸਿਰਫ ਇਹ ਕਰ ਰਿਹਾ ਸੀ ਕਿ ਇੱਕ ਤਰ੍ਹਾਂ ਦਾ ਮੈਨੂੰ ਲੱਗਦਾ ਕਿ ਬੈਕ ਟੂ ਦਾ ਬੇਸਿਕਸ ਆਉਣ ਵਾਲੀ ਗੱਲ ਹੁੰਦੀ ਹੈ ਜਦੋਂ ਇਹੋ ਜਿਹੀ ਵਧੀਆ ਫਿਲਮ 'ਚ ਔਰ ਇਹੋ ਜਿਹੇ ਫਾਈਨ ਆਰਟਿਸਟ ਦੇ ਨਾਲ ਤੁਸੀਂ ਕੰਮ ਕਰਦੇ ਹੋ ਤਾਂ ਬੈਕ ਟੂ ਦਾ ਬੇਸਿਕਸ ਤੁਹਾਨੂੰ ਜਾਣਾ ਪੈਂਦਾ ਕਿਉਂਕਿ ਰੂਟੀਨ 'ਚ ਅਸੀਂ ਕੰਮ ਕਰਦੇ ਮਕੈਨੀਕਲ ਹੋਏ ਹੁੰਦੇ ਆ ਫਿਰ ਤੁਹਾਨੂੰ ਇੱਕ ਐਕਸਪ੍ਰੈਸ਼ਨ ਤੇ ਇੱਕ ਇਮੋਸ਼ਨ ਤੇ ਕੰਮ ਕਰਨਾ ਪੈਂਦਾ ਮੇਰੇ ਲਈ ਇਹ ਫਿਲਮ ਉਹ ਸੀ ਥੈਂਕ ਯੂ ਸੋ ਮਚ ਕਿ ਤੁਸੀਂ ਸਾਰੇ ਇਸ ਫਿਲਮ ਨੂੰ ਇੰਨਾ ਪਿਆਰ ਦੇ ਰਹੇ ਹੋ ਸਾਡੇ ਨਾਲੋਂ ਜ਼ਿਆਦਾ ਤੁਹਾਨੂੰ ਐਕਸਾਈਟਮੈਂਟ ਹੈ ਕਿ ਫਿਲਮ ਨੂੰ ਹਾਈਪ ਦੇਣੀ ਹੈ ਤਾਂ ਕਿ ਇਹ ਫਿਲਮ ਪੰਜਾਬੀ ਇੰਡਸਟਰੀ ਦੀ ਇੱਕ ਬਹੁਤ ਵੱਡੀ ਫਿਲਮ ਹੋਣੇ ਪੜੇ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਵੈਸੇ ਤਾਂ ਆਈ ਨੋ ਮੀਡੀਆ ਦੇ ਬਹੁਤ ਸਾਰੇ ਸਵਾਲ ਹੋਣੇ ਲੇਕਿਨ ਮੇਰਾ ਇੱਕ ਆਖਰੀ ਸਵਾਲ ਹੈ ਤੁਹਾਡੇ ਤਿੰਨਾਂ ਤੋਂ ਸਾਡੀ ਮੰਮੀਆਂ ਵੈਸੇ ਤਾਂ ਸਾਨੂੰ ਹਰ ਮੌਕੇ ਤੇ ਹੀ ਕੋਈ ਨਾ ਕੋਈ ਸਲਾਹ ਦਿੰਦੀਆਂ ਰਹਿੰਦੀਆਂ ਨੇ ਭਾਵੇਂ ਐਪਲੀਕੇਬਲ ਹੋਵੇ ਨਾ ਐਪਲੀਕੇਬਲ ਹੋਵੇ ਲੇਕਿਨ ਇੱਕ ਸਲਾਹ ਹਮੇਸ਼ਾ ਉਹਨਾਂ ਦੀ ਐਸੀ ਹੁੰਦੀ ਹੈ ਜੋ ਅਸੀਂ ਆਪਣੇ ਨਾਲ ਲੈ ਕੇ ਤੁਰਦੇ ਹਾਂ ਮੇਰੀ ਮੰਮੀ ਮੈਨੂੰ ਹਮੇਸ਼ਾ ਕਹਿੰਦੀ ਕਿ ਪੂਨਮ ਜ਼ਿੰਦਗੀ 'ਚ ਉਹ ਕੰਮ ਕਦੇ ਨਹੀਂ ਕਰਨਾ ਜਿਹਦੀ ਇਜਾਜ਼ਤ ਤੇਰੀ ਆਤਮਾ ਤੈਨੂੰ ਨਾ ਦੇਵੇ ਤੇ ਜੇ ਤੇਰੀ ਆਤਮਾ ਨੇ ਦੇਤੀ ਫਿਰ ਹੋਰ ਕਿਸੇ ਦੀ ਪਰਵਾਹ ਨਹੀਂ ਕਰਨੀ ਫਿਰ ਨਾ ਮੇਰੇ ਤੋਂ ਪੁੱਛੀ ਨਾ ਆਪਣੇ ਪਾਪਾ ਤੋਂ ਪੁੱਛੀ ਬਸ ਕਰ ਜੇ ਸੋ ਤੁਹਾਡੀ ਜ਼ਿੰਦਗੀ ਦੇ ਵਿੱਚ ਐਸੀ ਕਿਹੜੀ ਸਲਾਹ ਹੈ ਜੋ ਤੁਹਾਡੀ ਮੰਮੀ ਨੇ ਤੁਹਾਨੂੰ ਦਿੱਤੀ ਹੈ ਤੇ ਤੁਸੀਂ ਹਮੇਸ਼ਾ ਉਹਨੂੰ ਨਾਲ ਲੈ ਕੇ ਚੱਲਦੇ ਹੋ ਜਾਂ ਤੁਹਾਡੇ ਦਿਨਾਂ ਤੋਂ ਮੈਂ ਪੰਜਾਬ ਤੋਂ ਹੀ ਹੈਗੀ ਹਾਂ ਲੁਧਿਆਣੇ ਤੋਂ ਸਾਨੇਵਾਲ ਤੋਂ ਤਾਂ ਮੰਮੀ ਨੂੰ ਡਾਕਟਰ ਹਮੇਸ਼ਾ ਦੇਖਿਆ ਕਿਉਂਕਿ ਆਸ਼ੀਸ਼ ਮਿਆਨੋਸ ਸੋ ਕੱਲੀ ਮਾਂ ਨੂੰ ਬਹੁਤ ਸਾਰੀਆਂ ਸਿਚੁਏਸ਼ਨਸ ਟੈਕਲ ਕਰਦੇ ਹੋਏ ਤੇ ਮੈਂ ਹਮੇਸ਼ਾ ਮਾਂ ਦੇ ਦੁਪੱਟੇ ਪਿੱਛੇ ਰਹਿੰਦੀ ਸੀਗੀ ਕਿ ਇੱਥੇ ਸੇਫ ਹਾਂ ਜਾਂ ਗੋਦੀ 'ਚ ਬਹਿ ਜਾਂਦੀ ਸੀ ਕਿ ਇੱਥੇ ਬਹੁਤ ਸੇਫ ਹਾਂ ਤੇ ਜਦ ਵੀ ਕੋਈ ਗਰਮ ਹਵਾ ਆਉਂਦੀ ਸੀ ਤੇ ਮੰਮੀ ਹੁੰਦੀ ਸੀਗੀ ਨਾਲ
ਸੋ ਆਲਵੇਜ਼ ਜਦ ਮੈਂ ਇੰਡਸਟਰੀ 'ਚ ਵੀ ਗਈ ਤਾਂ ਕੋਈ ਸੌਖਾ ਡਿਸੀਜਨ ਨਹੀਂ ਸੀਗਾ, ਬਿਕੋਜ਼ ਸਾਰੇ ਚਾਹੁੰਦੇ ਸੀ ਕਿ ਤੂੰ ਮਤਲਬ ਪੜ੍ਹੇ ਅੱਗੇ, ਬਿਕੋਜ਼ ਪੜ੍ਹਾਈ 'ਚ ਚੰਗੀ ਸੀ, ਲੇਕਿਨ ਮੈਂ ਚਾਹੁੰਦੀ ਸੀ ਕਿ ਮੈਂ ਐਕਟਰ ਬਣਾ। ਇੱਕ ਸ਼ਖਸੀਅਤ, ਸਿਰਫ ਇੱਕ ਬੰਦੀ ਖੜੀ ਸੀ ਮੇਰੇ ਨਾਲ ਕਿ ਜੇ ਤੇਰੀ ਇਹ ਤੇਰਾ ਖਾਬ ਹੈਗਾ ਤੇ ਮੈਂ ਉਹਨੂੰ ਮੰਨਦੀ ਹਾਂ ਵਿਦ ਯੂ। ਤੇ ਜਦ ਕੋਈ ਮਾਪੇ ਤੁਹਾਨੂੰ ਇਹ ਕਹਿ ਦਿੰਦੇ ਆ ਕਿ ਮੈਂ ਤੇਰੇ ਸੁਪਨਿਆਂ 'ਚ ਬਿਲੀਵ ਕਰਦੀ ਹਾਂ ਤੇ ਨਾਲ ਖੜੀ ਹਾਂ, ਉਹ ਬਹੁਤ ਮੈਟਰ ਕਰਦਾ ਹੈ। ਪਰ ਮੈਨੂੰ ਨਾ ਉਹ ਕਈ ਵਾਰ ਕੀ ਹੁੰਦਾ, ਤੁਸੀਂ ਨਵੇਂ ਆਉਂਦੇ ਹੋ, ਤੁਹਾਨੂੰ ਲੱਗਦਾ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਹੋ, ਬਟ ਲੋਕਾਂ ਨੂੰ ਤਾਂ ਨਹੀਂ ਪਤਾ ਨਵੇਂ ਹੋ ਤੁਸੀਂ, ਰਾਈਟ। ਸੋ ਮੈਂ ਵੇਟ ਕਰਦੀ ਸੀ ਉਹ ਇੱਕ ਚੰਗਾ ਜਿਹਾ ਬ੍ਰੇਕ ਆਵੇ, ਫਿਰ ਮੈਂ ਇਹ ਕਰ ਦਾਂਗੀ, ਫਿਰ ਮੈਂ ਇਹ ਕਰ ਦਾਂਗੀ। दैट टुक अ वाइल। सो शी सेड बेटा एक्सेप्ट लाइफ, ज़िंदगी को जैसे आती है उसे एक्सेप्ट करते हैं और फिर उसे हेड ऑन फेस करते हैं, उसे भागते नहीं रहते माँ के पल्लू के पीछे। ज़िंदगी माँ का पल्लू नहीं है, तो उसमें से निकल और हाथ पकड़ के धड़ल्ले से सब कर। सो आई थिंक ਅੱਜ ਜਦ ਮੇਰੀ ਮਾਂ ਫਿਜ਼ੀਕਲੀ ਨਹੀਂ ਹੈਗੀ, ਉਹ ਐਡਵਾਈਸ ਮੈਨੂੰ ਹਮੇਸ਼ਾ ਜਦ ਵੀ ਕੋਈ ਸਿਚੁਏਸ਼ਨ ਮੇਰੇ ਸਾਹਮਣੇ ਆਉਂਦੀ ਹੈ ਮੈਨੂੰ ਬਹੁਤ ਹਿੰਮਤ ਦਿੰਦੀ ਹੈ। ਗਿੱਪੀ ਸਰ, ਤੁਹਾਡੇ ਲਈ ਕੋਈ ਐਡਵਾਈਸ ਸੀ ਜੋ ਤੁਸੀਂ ਹਮੇਸ਼ਾ ਆਪਣੇ ਨਾਲ ਲੈ ਕੇ ਚੱਲਦੇ ਹੋ, ਤੁਹਾਡੀ ਮੰਮਾ ਦੀ ਕੋਈ ਐਸੀ ਐਡਵਾਈਸ? ਐਕਚੁਅਲੀ ਜੀ ਮੇਰੀ ਵਾਰੀ ਖੜਦਾ ਹੈ, ਤੁਹਾਡੇ 'ਚ એનર્ਜੀ ਜ਼ਿਆਦਾ ਹੈ ਨਾ। ਹਾਂਜੀ, ਮੈਨੂੰ ਇਦਾਂ ਲੱਗਦਾ ਜੀ ਕਿ ਕੋਈ ਵੀ ਬੰਦਾ ਜਦੋਂ ਕਿਸੇ ਮੁਕਾਮ ਤੇ ਪਹੁੰਚਦਾ ਆਪਣੀ ਮਾਂ ਦੀਆਂ ਦੁਆਵਾਂ ਨਾਲ ਹੀ ਪਹੁੰਚਦਾ। ਸੋ ਅਸੀਂ ਕੱਲ੍ਹ ਵੀ ਗੱਲ ਕਰਦੇ ਸੀ, ਕਿਉਂਕਿ ਅਸੀਂ ਜਮਾਂ ਹੀ ਪਿੰਡ 'ਚ ਰਹੇ ਹਾਂ ਤੇ ਕਿਸੇ ਨੇ ਸਫਿਸਟੀਕੇਟਡ ਤਰੀਕੇ ਨਾਲ ਜੁੱਤੀਆਂ ਖਾਧੀਆਂ ਹੁੰਦੀਆਂ, ਕਿਸੇ ਨੇ ਦੂਜੇ ਤਰੀਕੇ ਨਾਲ। ਸੋ ਮੈਂ ਤਾਂ ਜਦੋਂ ਫਿਲਮ ਦਾ ਥਾਟ ਆਇਆ ਸੀ ਤੇ ਮੈਨੂੰ ਰਾਣੇ ਬਾਈ ਨੇ ਪੁੱਛਿਆ ਕਿ ਬਾਈ ਕਿੱਦਾਂ ਦੀ ਕਹਾਣੀ ਲਿਖਣੀ ਆ। ਇਹਦੇ 'ਚ ਜਿਹੜਾ ਉਹ ਇੱਕ ਸੀਨ ਹੈ, ਉਹ ਅਸੀਂ ਟੀਜ਼ਰ ਕੱਟਿਆ ਸੀ, ਜਦੋਂ ਇਹ ਸਮੀਪ ਭੱਜਦਾ ਤੇ ਜੁੱਤੀ ਲੈ ਕੇ ਪਿੱਛੇ ਜਾਂਦੇ ਨੇ ਤੇ ਚੱਪਲ ਚੱਕੀ ਹੋਈ ਆ ਤੇ ਉਹ ਡਿੱਗ ਜਾਂਦਾ ਤੇ ਮਾਂ ਚੱਪਲ ਹੀ ਸੱਟ ਕੇ ਭੱਜ ਕੇ ਜਾ ਕੇ ਉਹਨੂੰ ਚੱਕਦੀ ਆ। ਐਕਚੁਅਲੀ ਉਹੀ ਉਹਨਾਂ ਹੀ ਲਿਖਿਆ ਸੀ। ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਮੇਰੇ ਨਾਲ ਬਹੁਤ ਹੁੰਦਾ ਸੀ, ਜਦੋਂ ਮੰਮੀ ਮੈਨੂੰ ਕੱਟਣ ਲੱਗਦੇ ਸੀ ਜਾਂ ਕੋਈ ਇੱਦਾਂ ਦੀ ਮਾੜੀ ਮੋਟੀ ਗੱਲ ਹੁੰਦੀ ਸੀ ਤਾਂ ਅਸੀਂ ਕੋਈ ਹੋਰ ਬਹਾਨਾ ਬਣਾ ਲੈਂਦੇ, ਮੈਂ ਡਿੱਗ ਪਿਆ ਜਾਂ ਕੁਝ ਹੋ ਗਿਆ ਤਾਂ ਮਾਂ ਸਾਰਾ ਕੁਝ ਭੁੱਲ ਕੇ ਉੱਧਰ ਲੱਗ ਜਾਂਦੀ ਸੀ, ਹੈ ਨਾ। ਸੋ ਉਸ ਥਾਟ ਤੋਂ ਬਣਾਈ ਸੀ। ਸੋ ਮੈਨੂੰ ਲੱਗਦਾ ਕਿ ਅੱਜ ਜਿੱਥੇ ਤੱਕ ਵੀ ਪਹੁੰਚੇ ਸਾਰੀਆਂ ਮਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੇ, ਸੋ ਮਾਂ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨਾਲ ਇੱਥੇ ਤੱਕ ਪਹੁੰਚੇ ਹਾਂ। ਕੁਕੀ ਸਰ, ਤੁਹਾਡੇ ਤੋਂ ਵੀ ਸੇਮ ਕੁਐਸਚਨ ਹੈ, ਕੋਈ ਕੈਸੀ ਐਡਵਾਈਸ ਜੋ ਤੁਸੀਂ ਹਮੇਸ਼ਾ ਨਾਲ ਲੈ ਕੇ ਚੱਲਦੇ ਹੋ? ਦੇਖੋ ਜਿਹੜੀ ਐਡਵਾਈਸ ਹੈ ਨਾ ਜੀ, ਇਹ ਤੇ ਅੰਗਰੇਜ਼ ਦਿੰਦੇ ਹੁੰਦੇ ਨੇ ਆਪਣੇ ਬੱਚੇ, ਹੇ ਸਨ ਆਈ ਹੈਵ ਐਡਵਾਈਸ ਫॉर ਯੂ। ਸਾਡੀਆਂ ਮਾਵਾਂ ਤੇ ਚੰਡਦੀਆਂ ਨੇ, ਗਰੂਮਿੰਗ ਕਰਦੀਆਂ ਨੇ, ਰੋਜ਼ ਫੰਡ ਕੇ ਚੰਡ ਕੇ। ਉਹ ਸਾਡੇ ਤਾਂ ਜੰਮਦਿਆਂ ਨੇ ਬਚਪਨ 'ਚ ਇੱਕੋ ਗੱਲ ਸੁਣੀ ਹੁੰਦੀ ਮਾਂ ਪਿਓ ਕੋਲੋਂ ਕਿ ਰੰਬਾ ਤੇ ਮੁੰਡਾ ਜਿੰਨੇ ਚੰਡੋ ਉਨੇ ਠੀਕ ਰਹਿੰਦੇ ਨੇ। ਸੋ ਸਾਡੀ ਤਾਂ ਗਰੂਮਿੰਗ ਕਰਦੇ ਨੇ। ਪਰ ਜੇ ਮੈਂ ਅੱਜ ਮਾਂ ਦੀਆਂ ਗੱਲਾਂ ਦਾ ਕਰਕਸ ਕੱਢਾਂ, ਕਿਉਂਕਿ ਮਾਂ ਨੇ ਤਾਂ ਕੋਲ ਬਹਿ ਕੇ ਕਦੀ ਨਹੀਂ ਐਡਵਾਈਸ ਕੀਤਾ ਵੀ ਤੈਨੂੰ ਸਲਾਹ ਦੇਣ ਲੱਗੀ ਹਾਂ, ਪਰ ਜੇ ਕਰਕਸ ਮੈਂ ਸਾਰੀ ਗੱਲ ਦਾ ਦੇਖਦਾ ਤੇ ਉਹ ਇਹ ਹੈ ਕਿ ਮਾਂ ਨੇ ਜ਼ਿੰਦਗੀ 'ਚ ਇੱਕ ਤਾਂ ਇਹ ਚੀਜ਼ ਸਿਖਾਈ ਕਿ ਮਿਹਨਤ ਅਣਥੱਕ ਕਰਨੀ ਹੈ। ਮਿਹਨਤ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ, ਅੱਛਾ ਇੰਨਾ ਭੱਜ ਲਿਆ, ਮੈਂ ਇੰਨਾ ਕਰ ਆਇਆ, ਨਹੀਂ, ਅੱਗੇ ਦੇਖਣਾ ਵੀ ਹੋਰ ਕੀ ਕਰਨ ਵਾਲਾ ਪਿਆ। ਇਹ ਮੇਰੀ ਮਾਂ ਦੀ, ਮੇਰੇ ਪਿਓ ਦੀ ਸਿੱਖਿਆ ਮੈਨੂੰ। ਔਰ ਦੂਜਾ ਜਿਹੜੀ ਮੈਨੂੰ ਲੱਗਦਾ ਕਿ ਬਹੁਤ ਵੱਡੀ ਇੱਕ ਮੈਨੂੰ ਮਾਂ ਤੋਂ ਚੀਜ਼ ਮਿਲੀ ਹੈ, ਆਪਣੇ ਮਾਂ ਪਿਓ ਤੋਂ, ਕਿ ਝੂਠ ਕਦੇ ਨਹੀਂ ਬੋਲਣਾ। ਸੱਚ ਦੀ ਕਿੰਨੀ ਵੀ ਕੀਮਤ ਤਾਰਨੀ ਪੈ ਜੇ, ਸੱਚ ਹੀ ਸੱਚ ਹੁੰਦਾ। ਝੂਠ ਦੀ ਕੋਈ ਨਾ ਤਾਂ ਉਮਰ ਹੁੰਦੀ ਹੈ ਨਾ ਉਹਦੇ ਪੈਰ ਹੁੰਦੇ ਨੇ। ਸੋ ਉਹ ਚੀਜ਼ ਜ਼ਿੰਦਗੀ 'ਚ ਬਹੁਤ ਕੰਮ ਆਈ ਹੈ। ਮੈਂ ਬਹੁਤ ਲੇਬਰ ਕਰਦੇ ਦੇਖਿਆ, ਆਪਣੀ ਮਾਂ ਨੂੰ ਵੀ ਆਪਣੇ ਪਿਓ ਨੂੰ ਵੀ, ਤੇ ਮੈਨੂੰ ਇੰਨਾ ਕੁਝ ਕਰਨ ਤੋਂ ਬਾਅਦ ਅਜੇ ਵੀ ਲੱਗਦਾ ਕਿ ਜਿੰਨੀ ਉਹਨਾਂ ਨੇ ਮਿਹਨਤ ਕਰ ਲਈ ਉਨੀ ਮੈਂ ਅਜੇ ਤੱਕ ਕਰ ਨਹੀਂ ਸਕਿਆ। ਸੋ ਜਿਹੜੀ ਮਿਹਨਤ ਦਾ ਗੁਣ ਮੇਰੇ ਮਾਂ ਨੇ ਦਿੱਤਾ ਹੈ, ਉਹ ਮੇਰੇ ਲਈ ਸਭ ਤੋਂ ਵੱਡੀ, ਮੈਂ ਸਮਝਦਾ, ਐਡਵਾਈਸ ਦੀ ਤਰ੍ਹਾਂ ਹੀ ਹੈ। ਓਕੇ, ਸੋ ਆਈ ਨੋ ਤੁਹਾਡੇ ਸਭ ਦੇ ਬਹੁਤ ਸਾਰੇ ਸਵਾਲ ਹੋਣੇ। ਓਪਨਿੰਗ ਫॉर द ਮੀਡੀਆ ਕੁਐਸਚਨਸ, ਜਿਨ੍ਹਾਂ ਦੇ ਸਵਾਲ ਨੇ ਪੁੱਛ ਸਕਦੇ ਨੇ ਸਾਡੀ ਸਟਾਰ ਕਾਸਟ ਤੋਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੈਂਡੀ ਮੇਰਾ ਨਾਮ, ਤੇ ਬਹੁਤ ਅੱਛੇ ਕਲਾਕਾਰ ਹੋ ਤੁਸੀਂ, ਬਹੁਤ ਅੱਛੇ ਟੌਪਿਕਸ ਲੈ ਕੇ ਆ ਰਹੇ ਹੋ। ਹੰਬਲ ਮੋਸ਼ਨ ਨੇ ਆਪਣੇ ਆਪ ਨੂੰ ਸਿੱਧ ਕੀਤਾ, ਪਹਿਲੀ ਗੱਲ ਤਾਂ ਥੈਂਕ ਯੂ ਸੋ ਮਚ ਸਰ। ਤੇ ਦਿਵਿਆ ਮੈਮ ਤੋਂ ਮੇਰਾ ਸਵਾਲ ਹੈ, ਮੈਮ ਬਾਲੀਵੁੱਡ ਤੋਂ ਹਿੰਦੀ ਫਿਲਮਾਂ ਤੋਂ ਸ਼ੁਰੂਆਤ ਹੋ ਕੇ ਬੜੇ ਕਿਊਟ ਜਿਹੇ ਤੁਹਾਡੇ ਹੁੰਦੇ ਸੀ ਐਕਸਪ੍ਰੈਸ਼ਨਸ ਟਾਈਮ ਤੇ, ਬਾਲੀਵੁੱਡ ਦੀ ਹਿੰਦੀ ਫਿਲਮਾਂ ਤੋਂ ਅੱਜ ਤੁਸੀਂ ਮਦਰ ਲੱਗ ਨਹੀਂ ਰਹੇ, ਤਾਂ ਅੱਜ ਵੀ ਤੁਸੀਂ ਮਦਰ ਨਹੀਂ ਲੱਗ ਰਹੇ। ਮੇਰਾ ਭਾਜੀ ਪਹਿਲਾਂ ਬਹੁਤ ਔਖਾ ਮਨਾਇਆ ਸੀ ਇਹਨਾਂ ਨੂੰ ਮੈਂ, ਤੁਸੀਂ ਐ ਨਾ ਕਹੋ, ਤੁਸੀਂ ਕਹੋ ਵੀ ਬਹੁਤ ਘੈਂਟ ਰੋਲ ਜਿਹੜਾ ਇਹਨਾਂ ਨੇ ਕੀਤਾ ਉਹ ਕੋਈ ਨਹੀਂ ਕਰ ਸਕਦਾ। ਨਹੀਂ ਕਰ ਸਕਦੇ, ਉਹੀ ਮੈਂ ਕਹਿ ਰਿਹਾ ਕਿ ਮਦਰ, ਮੇਰਾ ਕੁਐਸਚਨ ਇਹ ਹੈ ਕਿ ਮਦਰ ਇੰਡੀਆ ਪਲੇ ਕਰਕੇ ਮਤਲਬ ਤੁਹਾਨੂੰ ਔਕੜ ਤਾਂ ਆਈ ਹੋਣੀ ਆ, ਔਕੜ ਮਤਲਬ ਡਿਫਿਕਲਟੀ ਤਾਂ ਆਈ ਹੋਣੀ ਆ ਤੁਹਾਨੂੰ। ਮੈਂ ਜਦੋਂ ਇਹਨਾਂ ਨੂੰ ਫਿਲਮ ਸੁਣਾਈ ਨਾ
ਤਾਂ ਮੈਂ ਇਹਨਾਂ ਨੂੰ ਇਹ ਕਿਹਾ ਵੀ ਮੈਨੂੰ ਦਿਵਿਆ ਜੀ ਨਹੀਂ ਚਾਹੀਦੇ, ਮੈਨੂੰ ਮਨਜੀਤ ਕੌਰ ਚਾਹੀਦੀ ਆ। ਸੋ ਜਿਹੜੀ ਸਾਡੇ ਫਿਲਮ ਦਾ ਜੋ ਕਿਰਦਾਰ ਹੈ ਤੇ ਉਹਦੇ ਆਹਾ ਰੰਗ ਨੇ, ਸੋ ਉਦੋਂ ਸਾਡੀਆਂ ਸਾਰੀਆਂ ਗੱਲਾਂ ਖਤਮ ਹੋ ਗਈਆਂ ਸੀ। ਬਾਕੀ ਦੱਸੋ ਜੀ, ਤੁਸੀਂ ਕਿਊਟ ਜੇ ਜਿਹੜੇ ਉਹਨਾਂ ਨੇ ਇੱਕ ਸਵਾਲ ਪੁੱਛਿਆ ਵੀ ਤੁਸੀਂ ਬੜੇ ਉੱਥੇ ਹਿੰਦੀ ਫਿਲਮਾਂ 'ਚ ਕਿਊਟ ਲੱਗਦੇ ਸੀ, ਇੱਥੇ ਆ ਕੇ ਕੀ ਹੋ ਗਿਆ? ਨਹੀਂ ਲੱਗਦੇ ਹੋਏ ਪੁੱਛਣ ਦਾ ਮਤਲਬ ਉਹਨਾਂ ਦਾ ਇਹੀ ਸੀ। ਨਹੀਂ, ਮੇਰਾ ਇਹ ਨਹੀਂ ਸੀ। ਮੇਰਾ ਸਵਾਲ ਇਹ ਸੀ ਕਿ ਬਹੁਤ ਟਫ ਹੁੰਦਾ ਕਿ ਮਦਰ ਇੰਡੀਆ ਦਾ ਇਹ ਬਹੁਤ ਅੱਛੀ ਇੱਕ ਟੌਪਿਕ ਹੈਗਾ। ਇਟਸ ਅ ਵੈਰੀ ਡਿਫਰੈਂਟ ਟੌਪਿਕ ਐਂਡ ਆਈ ਦੈਟਸ ਵਾਈ ਆਈ ਥੈਂਕ ਯੂ ਬਿਫੋਰ। ਸੋ ਇੱਦਾਂ ਦੀ ਫਿਲਮਾਂ ਹੋਰ ਆਉਣੀਆਂ ਚਾਹੀਦੀਆਂ, ਮੇਰਾ ਤਾਂ ਕਹੇ। ਐਪਸ ਸੈਂਡੀ ਤੁਹਾਡਾ ਨਾਂ ਹੈ ਨਾ ਜੀ? ਸੈਂਡੀ, ਥੈਂਕ ਯੂ। ਮੇਰੇ ਖਿਆਲ ਮੇਰੀ ਕੋਸ਼ਿਸ਼ ਆਹੀ ਰਹਿੰਦੀ ਹੈ ਕਿ ਜਿਹੜਾ ਵੀ ਰੋਲ ਲਿੱਤਾ ਜਾਏ ਉਹ ਪਹਿਲਾਂ ਨਾ ਕੀਤਾ ਹੋਵੇ। ਤੇ ਕਿਊਟ ਇਮੇਜ ਤਾਂ ਸ਼ਾਇਦ ਮੈਂ ਬਹੁਤ ਪਹਿਲਾਂ ਛੱਡਤੀ ਸੀ। ਇਟਸ ਬੀਨ ਅ ਫਿਊ ਇਅਰਸ ਨਾ, ਬਟ ਥੈਂਕ ਯੂ ਫॉर ਰਿਮੈਂਬਰਿੰਗ ਇਟ। ਆਹ ਰੋਲ ਵਾਕਈ ਬਹੁਤ ਔਖਾ ਸੀਗਾ ਕਿਉਂਕਿ ਪਹਿਲੀ ਵਾਰ ਕਰ ਰਹੀ ਸੀ ਤੇ 3 ਵੱਖਰੇ ਸਟੇਜ ਨੇ ਇਹਦੇ। ਇੱਕ ਜਦ ਵਿਆਹੀ ਗਈ ਹੈ, ਫਿਰ ਬੱਚੇ ਨੇ, ਫਿਰ ਇੱਕ ਜਦ ਬੁਢਾਪਾ ਹੁੰਦਾ। ਸੋ ਉਹ ਮੇਰੇ ਲਈ ਬਹੁਤ ਥੋੜ੍ਹਾ ਡਿਫਿਕਲਟ ਸੀ ਕਿ ਬੋਡੀ ਲੈਂਗੁਏਜ, ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ, ਐਵਰੀਥਿੰਗ, ਈਵਨ ਹਾਊ ਯੂ ਵਾਕ, ਹਰ ਕੁਛ ਬਦਲ ਜਾਂਦਾ। ਮੈਂ ਖਿਆਲ ਮੈਨੂੰ ਯਾਦ ਆ ਮੈਂ ਇੱਕ ਵਾਰ ਕਿਸੇ ਥੀਏਟਰ ਐਕਟਰ ਨਾਲ, ਥੀਏਟਰ ਡਾਇਰੈਕਟਰ ਬਹੁਤ ਵੱਡੇ ਦਿੱਗਜ ਨੇ ਬੰਬੇ 'ਚ, ਉਹਨਾਂ ਨਾਲ ਕੁਝ ਵਰਕਸ਼ਾਪ ਕਰ ਰਹੀ ਸੀ ਐਵੇਂ ਫਨ ਮਸਤੀ ਨਾਲ। ਤੇ ਉਹ ਕਹਿੰਦੇ ਪਿੱਠ ਕਰ ਲੈ ਆਪਣੀ। ਮੈਂ ਕਿਹਾ ਪਿੱਠ ਨਾਲ ਕੀ ਐਕਟਿੰਗ ਕਰਾਉਣਗੇ? ਤੋ ਹੀ ਸੈਡ ਬੈਠ, ਐਕਟਿੰਗ ਕਰ, ਪਿੱਠ ਤੋਂ ਦਿਖਾ ਤੇ ਮੈਂ ਦੱਸਾਂਗਾ ਤੂੰ ਕੀ ਕਹਿ ਰਹੀ ਹੈ। ਸੋ ਦੈਟ ਡੇ ਆਈ ਰਿਅਲਾਈਜ਼ਡ ਕਿ ਬੋਡੀ ਲੈਂਗੁਏਜ ਕਿੰਨੀ ਮੈਟਰ ਕਰਦੀ ਹੈ, ਬਿਕੋਜ਼ ਹਰ ਤੁਸੀਂ ਜਿਹੜਾ ਕੁਛ ਵੀ ਹੌਲਾ ਜਿਹਾ ਵੀ ਕਰਦੇ ਹੋ ਉਹ ਪਤਾ ਚੱਲਦਾ ਹੈ। ਨਾਲੇ ਆਈ ਥਿੰਕ ਦ ਮੈਜਿਕ ਆਫ ਦ ਕਾਸਟਿਊਮ, ਜਦ ਤੁਸੀਂ ਪਾਉਂਦੇ ਹੋ, ਜਦੋਂ ਚਿੱਟੇ ਵਾਲ ਕਰ ਲੈਂਦੇ ਹੋ, ਆਪਣੇ ਆਪ ਨੂੰ ਸ਼ੀਸ਼ੇ 'ਚ ਵੇਖਦੇ ਹੋ, ਫਿਰ ਦਿਵਿਆ ਨਹੀਂ ਰਹਿੰਦੀ ਉੱਥੇ। ਉਹ ਜਿਹੜੀ ਐਪਰੀਹੈਂਸ਼ਨਸ, ਘਬਰਾਹਟਾਂ ਸੀਗੀਆਂ ਮੈਨੂੰ ਪਹਿਲਾਂ, ਉਹ ਸਾਰੀਆਂ ਕਿਤੇ ਰਹਿ ਗਈਆਂ ਕਿਉਂਕਿ ਰੋਲ ਇੰਨਾ ਸੋਹਣਾ ਸੀ, ਫਿਲਮ ਇੰਨੀ ਸੋਹਣੀ ਸੀ। ਤੇ ਮੈਨੂੰ ਲੱਗਦਾ ਬਹੁਤ ਖੂਬਸੂਰਤੀ ਨਾਲ ਉਹ ਫਲੈਸ਼ਬੈਕਸ 'ਚ ਵੀ ਡਿਵਾਈਡਡ ਹੈ ਤੇ ਬੁਢਾਪੇ 'ਚ ਵੀ ਡਿਵਾਈਡਡ ਹੈ। ਐਂਡ ਆਈ ਥਿੰਕ ਇਟਸ ਅ ਵੈਰੀ ਕੰਪਲੀਟ ਰੋਲ ਤੇ ਕਰਕੇ ਵਾਕਈ ਬਹੁਤ ਐਜ਼ ਐਨ ਐਕਟਰ ਬਹੁਤ ਚੰਗਾ ਲੱਗਿਆ। ਸੋ ਥੈਂਕ ਯੂ। ਮੇਰਾ ਲਾਸਟ ਕੁਐਸਚਨ ਐਕਚੁਅਲੀ ਮੈਂ ਹੋਰ ਜ਼ਿਆਦਾ ਸਮਾਂ ਨਹੀਂ ਲਊਂਗਾ। ਮੈਮ ਤੋਂ ਹੈ। ਮੈਮ ਜਦੋਂ ਟ੍ਰੇਲਰ ਦੇਖ ਰਹੇ ਸੀ ਤੁਸੀਂ ਬਹੁਤ ਜ਼ਿਆਦਾ ਰੋ ਰਹੇ ਸੀ ਤੁਸੀਂ, ਇੰਨਾ ਜ਼ਿਆਦਾ, ਮਤਲਬ ਮੈਂ ਕਿਸੇ ਹੋਰ ਐਕਟਰ ਨੂੰ ਨਹੀਂ ਦੇਖਿਆ ਸੀ ਉਸ ਟਾਈਮ ਤੇ। ਇਮੋਸ਼ਨਲ ਸਾਰੇ ਸੀ, ਅਸੀਂ ਆਪ ਵੀ ਸੀ, ਬਟ ਤੁਸੀਂ ਬਹੁਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪਹਿਲਾਂ ਤਾਂ ਮੈਨੂੰ ਪ੍ਰਾਊਡ ਹੈ ਕਿ ਮੈਂ ਇੱਕ ਮਾਂ ਹੈ। ਫਿਰ ਮੁਬਾਰਕਬਾਦ ਹੰਬਲ ਮੋਸ਼ਨ ਪਿਕਚਰ ਕਿ ਮੈਂ ਇੰਟਰਵਿਊ ਸੁਣ ਰਹੀ ਸੀ ਗਿੱਪੀ ਦੀ, ਉਹਦੇ ਵਿੱਚ ਇੱਕ ਸ਼ਬਦ ਸੀ ਕਿ ਜਿੱਥੇ ਰੱਬ ਨਹੀਂ ਪਹੁੰਚਦਾ ਉੱਥੇ ਮਾਂ ਪਹੁੰਚਦੀ ਹੈ। ਤੇ ਮੈਨੂੰ ਇਹ ਲੱਗਿਆ ਕਿ ਇਹ ਸਬਜੈਕਟ ਚੁਣ ਕੇ ਆਪਣੇ ਆਪ ਨੂੰ ਮੈਂ ਬੜਭਾਗੀ ਸਮਝਦੀ ਹਾਂ ਕਿ ਮੈਂ ਇਸ ਫਿਲਮ ਦਾ ਹਿੱਸਾ। ਅਰਦਾਸ ਕਰਾਂ ਤੇ ਮਾਂ, ਤੇ ਮੈਨੂੰ ਇਹ ਲੱਗਿਆ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਬੰਦੇ ਨੂੰ ਇਹ ਮੌਕਾ ਮਿਲ ਗਿਆ। ਤੇ ਮੈਂ ਉੱਥੇ ਜਦੋਂ ਦੇਖ ਰਹੀ ਸੀਗੇ ਦਿਵਿਆ ਜੀ ਨੂੰ, ਜਦੋਂ ਮੈਂ ਲੇਟ ਆਈ ਹਾਂ ਇੰਡਸਟਰੀ ਦੇ ਵਿੱਚ ਕਿਉਂਕਿ ਮੈਂ ਥੀਏਟਰ ਹੀ ਕਰਦੀ ਸੀ, ਤੇ ਜਦੋਂ ਮੈਂ ਐਕਟ ਦੇਖ ਰਹੀ ਸੀ ਤੇ ਮੈਨੂੰ ਐਂ ਲੱਗਦਾ ਸੀਗਾ ਕਿ ਗੁਰਪ੍ਰੀਤ ਤੂੰ ਜ਼ੀਰੋ ਹੈ, ਸਿੱਖ ਇੱਥੋਂ ਸਿੱਖ। ਪਰ ਫਿਰ ਵੀ ਮੈਨੂੰ ਇਹ ਵੀ ਫੀਲ ਹੋ ਰਿਹਾ ਸੀ ਕਿ ਕਿਉਂਕਿ ਗੁਰਪ੍ਰੀਤ ਘੁੱਗੀ ਹੋਣਾ ਨਾਲ, ਗਿੱਪੀ ਹੋਣਾ ਨਾਲ ਪਹਿਲਾਂ ਮੈਂ ਕੰਮ ਸੈੱਟ ਤੇ ਜਿੰਨਾ ਕੋਆਪਰੇਸ਼ਨ ਜਾਂ ਹੋਰ, ਸਭ ਤੋਂ ਵੱਡੀ ਮਾਣ ਵਾਲੀ ਗੱਲ ਇਹ ਹੈ ਕਿ ਇਹੋ ਜਿਹਾ ਸਬਜੈਕਟ ਚੱਕਿਆ ਗਿਆ ਜਿਹੜਾ ਮੈਨੂੰ ਇਹ ਲੱਗਦਾ ਕਿ ਇਹ ਛੂਹਿਆ ਨਹੀਂ ਗਿਆ, ਇਹ ਛੂਹ ਹੋ ਗਿਆ। ਹੁਣ ਸਾਰਾ ਤੁਹਾਡੇ ਤੇ ਹੈ। ਬਸ ਉਹ ਥੋੜਾ ਇਮੋਸ਼ਨਲ ਹੋ ਗਈ ਸੀ, ਗੀਤ ਵੀ ਇਦਾਂ ਦੇ ਸੀ। ਤੇ ਆਪਣਾ ਜਦੋਂ ਮੈਂ ਆਪਣੀ ਮਾਂ ਦੇ ਰੂਪ ਵਿੱਚ ਆਪਣੀ ਮਾਂ ਨੂੰ ਦੇਖਦੀ ਸੀ ਤੇ ਮੈਂ ਇੱਕ ਮਾਂ ਜਦੋਂ ਉਹ ਦੇਖਦੀ ਸੀ ਵੀ ਕਿ ਕਿਹੋ ਜਿਹੀਆਂ ਫੀਲਿੰਗ ਨੇ, ਬਸ ਥੋੜਾ ਹੋ ਗਈ ਇਮੋਸ਼ਨਲ, ਅੱਖਾਂ 'ਚੋਂ ਪਾਣੀ ਆ ਗਿਆ। ਪਰ ਫਿਰ ਵੀ ਗ੍ਰੇਟ ਜਿਨ੍ਹਾਂ ਨੇ ਇਹ ਕੰਮ ਕੀਤਾ ਤੇ ਸਾਤੋਂ ਕਰਵਾਇਆ, ਮਾਣ ਮਹਿਸੂਸ ਕਰਦੇ ਹਾਂ। ਥੈਂਕ ਯੂ ਤੁਹਾਡਾ ਸਾਰਿਆਂ ਦਾ। Other question? Anyone else? ਬਲਜੀਤ ਮੇਰਾ ਨਾਮ ਹੈ। ਦਿਵਿਆ ਜੀ, ਤੁਹਾਡੇ ਲਈ ਸਵਾਲ ਹੈ। ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਕਿ ਤੁਹਾਡੀ ਜ਼ਿੰਦਗੀ ਦਾ ਇਹ ਬਿਹਤਰੀਨ ਕਿਰਦਾਰ ਹੈ ਕਿ ਡ੍ਰੀਮ ਰੋਲ ਦੀ ਤਮੰਨਾ ਪੂਰੀ ਹੋ ਗਈ। ਉਹ ਜੀ ਤੁਸੀਂ ਗ੍ਰੀਡੀ ਐਕਟਰ ਨੂੰ ਕਹੋਗੇ ਕਿ ਡ੍ਰੀਮ ਰੋਲ ਹੋ ਗਿਆ ਤਾਂ ਫਿਰ ਉੱਥੇ ਹੀ ਮੁੱਕ ਜਾਣਾ। ਆਈ ਥਿੰਕ ਇਹ ਮੇਰੇ ਲਈ ਵਨ ਆਫ ਦ ਫਾਈਨੈਸਟ ਰੋਲਸ ਆਈਵ ਡਨ। ਯੈਸ, ਅ ਕੰਪਲੀਟ ਰੋਲ ਕਿਸੇ ਵੀ ਐਕਟਰ ਲਈ ਇੰਨੀ ਵਰਿਆਂ ਦੀ ਜਰਨੀ ਪੂਰੀ ਕਰਨਾ, ਦਿਖਾਉਣਾ is beautifully challenging ਹੈ। ਬਹੁਤ ਖੂਬਸੂਰਤ ਫਿਲਮ ਹੈ ਜੀ। ਯੈਸ, ਇਟ ਇਜ਼ ਵਨ ਆਫ ਮਾਈ ਬੈਸਟ ਰੋਲਸ 100%। ਬਟ ਜੇ ਮੈਂ ਕਹਾਂ ਸਾਰਾ ਕੁਝ ਕਰ ਲਿਆ, ਹੁਣ ਅੱਗੇ ਕੀ ਕਰਨਾ, ਉਹ ਨਹੀਂ ਹੋਣਾ। ਹਾਲੇ ਤਾਂ ਮੈਂ ਹੋਰ ਦੇਖਦੇ ਹਾਂ ਹੋਰ ਕੀ ਲੈ ਕੇ ਆਉਂਦੇ ਨੇ। ਸੋ ਥੈਂਕ ਯੂ। ਮਾਈ ਨੇਮ ਇਜ਼ ਸਵਰਨ। ਮੇਰਾ ਕੁਐਸਚਨ ਹੈ ਬੱਬਲ ਰਾਏ ਨੂੰ। ਕਿੰਨਾ ਕੰਪੀਟੀਸ਼ਨ ਲੱਗਿਆ ਵਾਈਲ ਡੂਇੰਗ ਸ਼ੂਟਿੰਗ ਵਿਦ ਗਿੱਪੀ, ਗੁਰਪ੍ਰੀਤ ਸਰ ਤੇ ਦਿਵਿਆ ਦੱਤਾ?
ਲੱਗਿਆ ਨਹੀਂ ਕਿ ਹਾਂ ਇੰਨੇ ਵੱਡੇ ਵੱਡੇ ਸਟਾਰ ਕਾਸਟ ਹੈ ਔਰ ਮੈਂ ਆਪਣੇ ਆਪ ਨੂੰ ਆਪਣੀ ਪ੍ਰੈਜ਼ੈਂਸ ਦਿਖਾਣੀ ਹੈ। ਇਟ ਵਾਸ ਡਿਫਿਕਲਟ ਔਰ ਆਰਾਮ ਨਾਲ ਹੋ ਗਿਆ। ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਹੀਂ ਮੇਰੇ ਪਰਿਵਾਰ ਆ ਅਸੀਂ ਸਾਰੇ, ਤੇ ਆਪਣੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੁੰਦਾ ਹੈਗਾ, ਸਾਰੇ ਵੱਡੇ ਆ, ਇਹਨਾਂ ਤੋਂ ਬਹੁਤ ਸਿੱਖਣ ਨੂੰ ਮਿਲਿਆ। ਥੋੜਾ ਪ੍ਰੈਸ਼ਰ ਜ਼ਰੂਰ ਸੀਗਾ, ਖਾਸ ਕਰਕੇ ਦਿਵਿਆ ਮੈਮ ਨਾਲ ਜਿੱਦਣ ਮੇਰਾ ਪਹਿਲਾ ਸੀਨ ਸੀਗਾ ਤਾਂ ਥੋੜਾ ਡਰਿਆ ਸੀਗਾ, ਪਰ ਵੱਡਿਆਂ ਦਾ ਵੱਡਾਪਣ ਇਹੀ ਹੁੰਦਾ ਕਿ ਉਹ ਕਦੇ ਵੀ ਆਪ ਤੋਂ ਛੋਟਿਆਂ ਨੂੰ, ਨਵਿਆਂ ਨੂੰ ਇਹ ਫੀਲ ਨਹੀਂ ਹੋਣ ਦਿੰਦੇ ਵੀ ਤੁਸੀਂ ਨਵੇਂ ਹੋ ਜਾਂ ਛੋਟੇ ਹੋ। ਸੋ ਇਦਾਂ ਦੀ ਕੋਈ ਗੱਲ ਨਹੀਂ ਸੀ। ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਫਿਲਮ ਲਈ। ਮੇਰੇ ਹਿੱਸੇ ਬਹੁਤ ਅਹਿਮ ਕਿਰਦਾਰ ਆਇਆ ਤਕਦੀਰ ਦਾ, ਉਹਦੇ ਲਈ ਮੈਨੂੰ ਵੀ ਕਾਫੀ ਮਿਹਨਤ ਕਰਨੀ ਪਈ, ਪਰ ਹੁਣ ਸਾਰੇ ਸੀਨੀਅਰ ਜਦੋਂ ਐਪਰੀਸ਼ੀਏਟ ਕਰਦੇ ਤਾਂ ਵਧੀਆ ਲੱਗਦਾ ਜੀ। ਥੈਂਕ ਯੂ। ਮੇਰਾ ਸਵਾਲ ਇੱਕ ਗਿੱਪੀ ਭਾਜੀ ਨਾਲ ਹੈ। ਭਾਜੀ ਤੁਸੀਂ ਕਲਾਕਾਰ ਔਰ ਇੱਕ ਗਾਇਕ ਵੀ ਹੈਗੇ ਹੋ, ਇਸ ਫਿਲਮ 'ਚ ਤੁਹਾਡਾ ਕੋਈ ਆਪਣਾ ਗਾਇਆ ਹੋਇਆ ਗਾਣਾ ਵੀ ਹੈਗਾ? ਨਹੀਂ ਜੀ, ਅਗਰ ਨਹੀਂ ਹੈ ਤਾਂ ਕਿਉਂ ਹੈ? ਮੇਰੇ ਕਰੈਕਟਰ ਦੇ ਨਾਲ ਕੋਈ ਗਾਣਾ ਜਾਂਦਾ ਨਹੀਂ ਸੀ ਜੀ। ਔਰ ਮੈਂ ਤੁਸੀਂ ਦੇਖਿਆ ਹੋਣਾ ਕਿਉਂਕਿ ਜਦੋਂ ਤੋਂ ਮੈਂ ਫਿਲਮਾਂ ਸ਼ੁਰੂ ਕੀਤੀਆਂ ਨੇ, ਪਹਿਲੀ ਫਿਲਮ ਜਿਹੜੀ ਮੈਂ ਐਜ਼ ਅ ਪ੍ਰੋਡਿਊਸਰ ਕੀਤੀ ਸੀ ਉਹ ਕੈਰੀ ਔਨ ਜੱਟਾ ਸੀ। ਤੇ ਜੇ ਮੈਂ ਇਹ ਸੋਚ ਕੇ ਫਿਲਮ ਬਣਾਉਂਦਾ ਵੀ ਮੇਰਾ ਸਾਰਾ ਕੁਝ ਹੋਣਾ ਚਾਹੀਦਾ ਤਾਂ ਕੈਰੀ ਔਨ ਜੱਟਾ ਦੇ ਵਿੱਚ ਘੁੱਗੀ ਭਾਜੀ, ਬੀਨੂ ਢਿੱਲੋਂ ਤੇ ਜਸਵਿੰਦਰ ਭੱਲੇ ਨਾਲੋਂ ਬੈਟਰ ਰੋਲ ਮੇਰਾ ਹੋਣਾ ਚਾਹੀਦਾ ਸੀ। ਸੋ ਜਦੋਂ ਅਸੀਂ ਉਹ ਸਕ੍ਰਿਪਟ ਲਿਖੀ, ਘੁੱਗੀ ਭਾਜੀ ਪਾਰਟ ਸੀਗੇ ਸਕ੍ਰਿਪਟ ਤੋਂ ਉਸ ਫਿਲਮ ਦੇ, ਸਾਨੂੰ ਲੱਗਿਆ ਕਿ ਇਹ ਫਿਲਮ ਇੱਦਾਂ ਹੀ ਬਣੂਗੀ ਤਾਂ ਹੀ ਵਧੀਆ ਬਣੂਗੀ। ਸੋ ਮੈਂ ਕਦੇ ਵੀ ਕੋਈ ਚੀਜ਼ ਧੱਕੇ ਨਾਲ ਨਹੀਂ ਪਾਈ ਹੈਗੀ। ਸੋ ਇਹਦੇ ਵਿੱਚ ਵੀ ਜਿੰਨਾ ਮੇਰਾ ਰੋਲ ਸੀ, ਇੱਕ ਬਹੁਤ ਕਰੈਕਟਰ ਰੋਲ ਹੈ, ਤੇ ਪਰ ਰੋਲ ਜਿੰਨਾ ਵੀ ਹੈ ਮੇਰਾ ਮੈਨੂੰ ਵਧੀਆ ਲੱਗਦਾ। ਮੈਨੂੰ ਐਂ ਲੱਗਦਾ ਕਿ ਈਵਨ ਜਦੋਂ ਮੈਂ ਘੁੱਗੀ ਭਾਜੀ ਨੂੰ ਵੀ ਕਿਹਾ ਵੀ ਘੁੱਗੀ ਭਾਜੀ ਆਹ ਰੋਲ ਕਰਨਾ, ਸਾਨੂੰ ਸਾਰਿਆਂ ਨੂੰ ਇਹ ਗੱਲ ਦਾ ਪਤਾ ਸੀ, ਅਸੀਂ ਜਿੰਨੇ ਇੱਥੇ ਬੈਠੇ ਹਾਂ ਹਰ ਬੰਦੇ ਨੂੰ ਪਤਾ ਸੀ ਕਿ ਇਹ ਫਿਲਮ ਹੈ ਜਿਹੜੀ ਇਹ ਦਿਵਿਆ ਜੀ ਦੀ ਫਿਲਮ ਹੈ, ਇਹ ਮਾਂ ਦੀ ਫਿਲਮ ਹੈ। ਬਟ ਉਹ ਫਿਲਮ ਬੈਟਰ ਕਿੱਦਾਂ ਬਣ ਸਕਦੀ ਹੈ ਕਿ ਜੇ ਸਾਰੇ ਵਧੀਆ ਐਕਟਰ ਇਕੱਠੇ ਹੋ ਕੇ ਨਾਲ ਸਪੋਰਟ ਕਰਨ ਤੇ ਵਧੀਆ ਤਰੀਕੇ ਨਾਲ ਕੰਮ ਕਰਨ। ਸੋ ਅਸੀਂ ਗਾਣੇ ਵੀ ਜੋ ਜਿਸ ਤਰੀਕੇ ਨਾਲ ਸ਼ੂਟ ਹੁੰਦੇ ਸੀ, ਕੋਈ ਇਹ ਨਹੀਂਗਾ ਕਿ ਗਾਣਾ ਐਂਡ ਦੇ ਉੱਤੇ ਕੋਈ ਅਸੀਂ ਪ੍ਰਮੋਸ਼ਨਲ ਗਾਣਾ ਪਾਤਾ ਮੇਰਾ। ਸੋ ਨਾ ਮੇਰੇ ਕਰੈਕਟਰ ਨਾਲ ਜਾਂਦਾ ਸੀ, ਨਾ ਫਿੱਟ ਹੁੰਦਾ ਸੀ, ਤੇ ਇਸ ਕਰਕੇ ਪਾਇਆ ਨਹੀਂ ਜੀ। ਤੇ ਬਾਕੀ ਪੂਰੀ ਸਟਾਰ ਕਾਸਟ ਨਾਲ ਇੱਕ ਛੋਟਾ ਸਵਾਲ ਹੈ ਕਿ ਇਸ ਫਿਲਮ ਦੇ ਵਿੱਚ ਜੋ ਕੋਈ ਚੈਲੰਜ ਤੁਹਾਨੂੰ ਕਿਹੋ ਜਿਹਾ ਲੱਗਿਆ ਸੀ, ਜੋ ਸਭ ਤੋਂ ਵੱਡਾ ਚੈਲੰਜ ਹੋਇਆ? ਮੇਰੇ ਲਈ ਇਹ ਸੀਗਾ ਜੀ, ਮੇਰੀ ਜੋ ਇਮੇਜ ਬਣੀ ਹੋਈ ਸੀ ਬੜੀ ਖਤਰਨਾਕ ਜਿਹੀ ਬਣੀ ਹੋਈ ਸੀਗੀ ਕਿ ਮਾਰ ਕਾਟ, ਗੋਲੀਆਂ ਚਲਾਉਣੀਆਂ, ਖੂਨ ਖਰਾਬਾ, ਤੇ ਇਹ ਕਰੈਕਟਰ ਬਹੁਤ ਧਰਤੀ ਨਾਲ ਜੁੜਿਆ ਹੋਇਆ ਸੀਗਾ। ਤੇ ਮੈਂ ਕੋਸ਼ਿਸ਼ ਕੀਤੀ ਹੈ ਵੈਸੇ ਉਹਨੂੰ ਦਾ ਪਲੇ ਕਰਨ ਦੀ, ਤੇ ਮੇਰੇ ਲਈ ਚੈਲੰਜ ਸੀ ਇਹ ਨਾ ਲੱਗੇ ਕਿ ਮੈਂ ਐਕਟਿੰਗ ਕਰ ਰਿਹਾ, ਤੇ ਮੈਂ ਕਰੈਕਟਰ ਨੂੰ ਮਤਲਬ ਜਿਵੇਂ ਆਮ ਜ਼ਿੰਦਗੀ 'ਚ ਕਿਰਦਾਰ ਤੁਰਿਆ ਫਿਰਦਾ ਉੱਦਾਂ ਲੱਗਾ, ਤੇ ਮੇਰੇ ਖਿਆਲ 'ਚ ਮੈਂ ਠੀਕ ਕੀਤਾ ਹੋਊਗਾ। Anyone else? ਸਤਿ ਸ਼੍ਰੀ ਅਕਾਲ ਜੀ, ਵਰੁਣ ਦਿਸ ਸਾਈਡ ਫਰਮ ਪੀਡੀਸੀ ਪੰਜਾਬੀ। ਦਿਵਿਆ ਮੈਮ, ਅਨਡਾਊਟਡਲੀ ਕੁਐਸਚਨ ਤੁਹਾਡੇ ਲਈ ਹੈ। ਆਈਲ ਟੇਕ ਯੂ 5 years ਬੈਕ, ਜਦੋਂ ਤੁਸੀਂ ਆਪਣੀ ਮਦਰ ਦੇ ਲਈ ਬੁੱਕ ਵੀ ਲਿਖੀ ਸੀ ਮੀ ਐਂਡ ਮਾਂ, ਤੇ ਤੁਸੀਂ ਹਰ ਵਾਰ ਇੰਟਰਵਿਊਜ਼ ਦੇ ਵਿੱਚ ਵੀ ਇਹੀ ਕਹਿੰਦੇ ਹੋ ਕਿ ਤੁਹਾਨੂੰ ਇੰਡਸਟਰੀ ਦੇ ਵਿੱਚ ਸਪੋਰਟ ਕਰਨ ਵਾਲਾ ਦੋਸਤ ਬਾਅਦ 'ਚ ਪਹਿਲਾਂ ਜਿਹਨੇ ਸਪੋਰਟ ਕੀਤਾ ਉਹ ਤੁਹਾਡੇ ਮਦਰ ਸੀਗੇ, ਤੇ ਇਸ ਚੀਜ਼ ਨੂੰ ਆਪਾਂ ਸੈਕੰਡ ਰੀਜ਼ਨ ਕੰਸੀਡਰ ਕਰ ਸਕਦੇ ਹਾਂ ਇਸ ਫਿਲਮ ਨੂੰ ਸਾਈਨ ਕਰਨ ਦੇ ਲਈ? ਮੈਂ ਇਸ ਤਰ੍ਹਾਂ ਕਹਿ ਸਕਦੀ ਹਾਂ ਕਿ ਮੈਂ ਲੱਕੀ ਹਾਂ ਕਿ ਚਾਹੇ ਉਹ ਮੇਰੀ ਕਿਤਾਬ ਹੋਏ, ਚਾਹੇ ਆ ਫਿਲਮ ਹੋਏ ਮਾਂ, ਮੈਨੂੰ ਲੋਕਾਂ ਨੂੰ ਮਾਂ ਰੀਇੰਟਰੋਡਿਊਸ ਕਰਨ ਦਾ, ਜਿਹੜੇ ਉਹ ਭੁੱਲ ਗਏ ਨੇ ਕਿ ਥੋੜ੍ਹਾ ਜਿਹਾ ਮਾਂ ਨੂੰ ਵੀ ਉਹੀ ਪਿਆਰ, ਉਹੀ ਖੁਸ਼ੀਆਂ, ਉਹੀ ਮੁਸਕਰਾਹਟਾਂ ਦਈਏ, ਮੈਂ ਉਹ ਜ਼ਰੀਆ ਬਣ ਸਕੀ ਹਾਂ ਸ਼ਾਇਦ ਥਰੂ ਮਾਈ ਬੁੱਕ ਐਂਡ ਥਰੂ ਦਿਸ ਫਿਲਮ। ਸੋ ਮੈਨੂੰ ਲੱਗਦਾ ਮੈਂ ਇੱਕ ਲੱਕੀ ਬੇਟੀ ਰਹੀ ਹਾਂ ਕਿ ਆ ਮੌਕਾ ਮੈਨੂੰ ਮਿਲਿਆ ਹੈਗਾ to pay a tribute to not just my mother but to all the mothers. Thank you. ਹੋਰ ਕਿਸੇ ਦਾ ਸਵਾਲ ਹੈ ਕੋਈ? Anybody else? There. आप सभी को मेरा नमस्कार। मेरा नाम शिल्पा यादव है और मेरा सवाल आप सभी के लिए है कि आप सभी को कोई ऐसी प्रॉब्लम मतलब मूवी के टाइम पे जो फेस करनी पड़ी हो, जो आप हम सभी के साथ शेयर करना चाहेंगे, तो वो बताइए सर। वैसे तो कोई प्रॉब्लम नहीं थी जी, बट ये है कि जब ये फिल्म शूट हुई तो कोविड का मतलब जो फर्स्ट टाइम कोविड जब शुरू हुआ तो वो एक दौर शुरू हो गया था, तो फिल्म इन बिटवीन हमें बंद करनी पड़ी। ऑलमोस्ट 8-10 दिन की शूट रहती थी, तो वो आके बाद में शूट की है। तो वही एक थोड़ा प्रॉब्लम, एक समस्या हमें आई,
जिसकी वजह से काफ़ी, क्योंकि ਜਿਹੜੇ ਛੋਟੇ ਛੋਟੇ ਬੱਚੇ ਸੀ ਇਹ ਪਹਿਲਾਂ 3 ਸਾਲ ਪਹਿਲਾਂ ਸ਼ੂਟ ਕਰ ਲਿਆ ਸੀ, ਇਹਨਾਂ ਦੇ ਇੱਕ ਇੱਕ ਦੋ ਦੋ ਸੀਨ ਰਹਿ ਗਏ, ਪਤੰਦਰ ਵੱਡੇ ਹੀ ਬਹੁਤ ਹੋ ਗਏ ਤੇ ਉਹ ਬਹੁਤ ਔਖੀਆਂ ਚੀਜ਼ਾਂ ਮੈਨੇਜ ਕੀਤੀਆਂ। ਇੱਕ ਹੋਰ ਬੱਚਾ ਸੀਗਾ ਤੇ ਉਹ ਕਾਫੀ ਵੱਡਾ ਹੋ ਗਿਆ ਸੀ ਤੇ ਉਹਨੂੰ ਉਹਦੇ ਸੀਨ ਬਹੁਤ ਡਿਫਰੈਂਟ ਤਰੀਕੇ ਨਾਲ ਸ਼ੂਟ ਕੀਤੇ, ਬਹੁਤ ਮੈਨੇਜ ਕੀਤਾ। ਲੱਕੀਲੀ ਸੀਨ ਇੱਕੇ ਰਹਿੰਦਾ ਸੀ ਉਹਦਾ ਤੇ ਉਹਨੂੰ ਤਰੀਕੇ ਨਾਲ ਮੈਨੇਜ ਕੀਤਾ। ਉਹੀ ਇੱਕ ਸਮੱਸਿਆ ਸੀ, ਬਾਕੀ ਤਾਂ ਕੋਈ ਪ੍ਰੋਬਲਮ ਨਹੀਂ ਆਈ ਹੈਗੀ। ਟੱਚਵੁੱਡ ਫਿਲਮ ਬਹੁਤ ਵਧੀਆ ਤਰੀਕੇ ਨਾਲ ਸ਼ੂਟ ਹੋਈ ਔਰ ਬਹੁਤ ਰੀਝ ਲਾ ਕੇ ਸ਼ੂਟ ਕੀਤੀ ਹੋਈ ਫਿਲਮ ਹੈ ਜੀ ਇਹ। ਮੇਰਾ ਗਿੱਪੀ ਸਾਹਿਬ, ਬੀਇੰਗ ਅ ਪ੍ਰੋਡਿਊਸਰ, ਹੁਣ ਆਪਾਂ ਦੇਖ ਰਹੇ ਸੀ ਪ੍ਰੋਮੋਸ ਵੀ ਚੱਲ ਰਹੇ ਸੀਗੇ, ਤੁਸੀਂ ਲੁਧਿਆਣਾ ਵੀ ਪ੍ਰਮੋਸ਼ਨ ਵਾਸਤੇ ਗਏ ਜਾਂ ਪੰਜਾਬ ਦਾ ਟੂਰ ਰਹਿੰਦਾ ਤੇ ਨੀਅਰ ਬਾਏ ਹਰਿਆਣਾ ਹੈ, ਉੱਥੇ ਵੀ ਤੁਹਾਡੇ ਫੈਨ ਫੋਲੋਇੰਗ ਹੈ, ਹਿਮਾਚਲ ਹੈ ਤੇ ਪ੍ਰਮੋਸ਼ਨਸ ਜੋ ਹੈ ਨੀਅਰ ਬਾਏ ਸਟੇਟ ਛੋਟਾ ਭਾਈ ਕਹਿੰਦੇ ਆਪਾਂ। ਤੁਹਾਨੂੰ ਨਹੀਂ ਲੱਗਦਾ ਕਿ ਅਗਰ ਅਟੈਚ ਹੋਵਾਂਗੇ ਆਪਾਂ ਤੇ ਕਈ ਐਸੇ ਮੁੱਦੇ ਹੈ ਜਦੋਂ ਡਿਫਰੈਂਸ਼ੀਏਟ ਕਰਦੀ ਹੈ ਪੋਲਿਟਿਕਸ, ਤੇ ਤੁਹਾਡਾ ਇੱਕ ਸਟੈਪ ਹੈ ਕਿਉਂਕਿ ਗੁਰਦਾਸ ਮਾਨ ਸਾਹਿਬ ਦਾ ਜ਼ੋਨ ਇੰਨਾ ਵੱਡਾ ਹੈ ਕਿ ਹਰ ਦਰਸ਼ਕ ਉਹਨਾਂ ਨੂੰ ਦੇਖਣ ਨੂੰ ਜਾਂਦਾ ਹੈ। ਤੁਹਾਨੂੰ ਲੱਗਦਾ ਪ੍ਰਮੋਸ਼ਨਸ ਹਰਿਆਣਾ ਹਿਮਾਚਲ 'ਚ ਵੀ ਹੋਣੀ ਚਾਹੀਦੀ ਪੰਜਾਬੀ ਸਿਨੇਮਾ? ਐਕਚੁਅਲੀ ਕੀ ਹੈ ਜੀ ਕਿ ਦੇਖੋ, ਜਦੋਂ ਆਪਾਂ ਹੁਣ ਪੰਜਾਬ 'ਚ ਵੀ ਆ, ਹੁਣ ਅੱਗੇ ਕੀ ਹੁੰਦਾ ਸੀਗਾ ਕਿ ਆਪਾਂ ਆਲਮੋਸਟ ਅਸੀਂ ਕੋਸ਼ਿਸ਼ ਕਰਦੇ ਸੀਗੇ ਕਿ ਜਦੋਂ ਫਿਲਮਾਂ ਆਈਆਂ ਸੀ ਆਪਣੀਆਂ, ਪਹਿਲੀ ਕੈਰੀ ਔਨ ਜੱਟਾ ਜਾਂ ਜਿਹਨੇ ਮੇਰਾ ਦਿਲ ਲੁੱਟਿਆ, ਸਿੰਘ ਵਰਸਸ ਕੌਰ, ਉਦੋਂ ਅਸੀਂ ਤਕਰੀਬਨ ਹਰ ਸ਼ਹਿਰ 'ਚ ਜਾਂਦੇ ਸੀ ਪੰਜਾਬ ਦੇ ਵਿੱਚ ਵੀ। ਤੇ ਹੁਣ ਥੋੜ੍ਹਾ ਜਿਹਾ ਅਸੀਂ ਕੀ ਕੀਤਾ ਵੀ ਹੁਣ ਉਦੋਂ ਦਿੱਲੀ ਵਗੈਰਾ ਨਹੀਂ ਸੀ ਜਾਂਦੇ ਤੇ ਬਾਹਰਲੇ ਕੰਟਰੀਆਂ 'ਚ ਨਹੀਂ ਸੀ ਜਾਂਦੇ। ਜਿਵੇਂ ਹੁਣ ਮੈਂ ਕੈਨੇਡਾ ਸੀਗਾ, ਮੈਂ ਕੈਨੇਡਾ ਪ੍ਰਮੋਟ ਕਰਕੇ ਆਇਆ ਫਿਲਮ ਨੂੰ, ਹੁਣ ਅਸੀਂ ਦਿੱਲੀ ਸੀਗੇ, ਦਿੱਲੀ ਤੋਂ ਇੱਥੇ ਆਏ। ਹੁਣ ਜਦੋਂ ਇੱਥੇ ਤੁਹਾਡੇ ਕੋਲ ਆ ਕੇ ਪ੍ਰਮੋਟ ਕਰਦੇ ਹਾਂ ਤਾਂ ਤੁਸੀਂ ਇੱਥੋਂ ਆਲਮੋਸਟ ਸਾਰੇ ਪੰਜਾਬ 'ਚ ਖਬਰ ਪਹੁੰਚਾ ਦਿੰਦੇ ਹੋ। ਇਸ ਇੱਕ ਵੱਡੀ ਪ੍ਰੈਸ ਕਾਨਫਰੰਸ ਦੇ ਨਾਲ ਸਾਰੇ ਜਗ੍ਹਾ ਦੇ ਉੱਤੇ ਮੀਡੀਆ 'ਤੇ ਚਲੇ ਜਾਂਦਾ। ਸੋ ਜਿਵੇਂ ਦਿੱਲੀ ਤੋਂ ਇੱਥੋਂ ਉਧਰਲੇ ਪਾਸੇ ਵੀ ਕਾਫੀ ਚੀਜ਼ਾਂ ਚਲੇ ਜਾਂਦੀਆਂ, ਹੌਲੀ ਹੌਲੀ ਉਧਰ ਬਿਜ਼ਨਸ ਗਰੋ ਹੋ ਰਿਹਾ। ਜਦੋਂ ਹੁਣ ਮੇਜਰ ਹੋਣ ਲੱਗ ਜੂ, ਇਹਦੇ ਬਾਰੇ ਸਾਨੀ ਸਾਹਿਬ ਜ਼ਿਆਦਾ ਦੱਸ ਸਕਦੇ ਨੇ ਕਿ ਉਧਰ ਆਪਣੀਆਂ ਕਿੰਨੀ ਕੁ ਫਿਲਮ ਰਿਲੀਜ਼ ਹੁੰਦੀ ਆ, ਤੇ ਜਦੋਂ ਆਪਾਂ ਨੂੰ ਰਿਕੁਆਇਰਮੈਂਟ ਲੱਗੂਗੀ ਤਾਂ ਆਪਾਂ ਡੈਫੀਨੇਟਲੀ ਜਾਇਆ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਪਹਿਲੇ ਸਾਰਿਆਂ ਨੂੰ। ਸੋ ਫਿਲਮਸ ਮੈਨੂੰ ਲੱਗਦਾ ਜੀ ਕਿ ਇੱਕ ਮੀਡੀਅਮ ਹੁੰਦੀਆਂ ਨੇ ਲੋਕਾਂ ਤੱਕ ਪਹੁੰਚਣ ਦਾ, ਤੇ ਮੀਡੀਅਮ ਅੱਜ ਸੋਸ਼ਲ ਮੀਡੀਆ, ਡਿਜੀਟਲ ਮੀਡੀਆ ਇੰਨਾ ਪਾਵਰਫੁਲ ਹੋ ਚੁੱਕਾ ਹੈ ਕਿ ਤੁਸੀਂ ਹਾਂਗਕਾਂਗ 'ਚ ਵੀ ਫਿਲਮ ਰਿਲੀਜ਼ ਕਰ ਰਹੇ ਹੋ ਚੰਡੀਗੜ੍ਹ ਬੈਠ ਕੇ। ਸੋ ਸਮਹਾਓ ਇੱਕ ਕਨੈਕਟੀਵਿਟੀ ਮੈਨੂੰ ਲੱਗਦਾ ਕਿ ਥਰੂ ਸੋਸ਼ਲ ਮੀਡੀਆ ਅਸੀਂ ਆਲਰੇਡੀ ਅਦਰ ਸਟੇਟਸ ਹੁੰਦੀ ਹੈ, ਬਟ ਤੁਹਾਡਾ ਸੁਜੈਸ਼ਨ ਮੋਸਟ ਵੈਲਕਮ ਹੈ ਜੀ। ਜਿਸ ਤਰ੍ਹਾਂ ਫਿਲਮਸ ਹੋਰ ਆਪਣਾ ਦਾਇਰਾ ਵਧਾਉਣਗੇ, ਉਸ ਤਰ੍ਹਾਂ ਅਸੀਂ ਬਾਕੀ ਸਟੇਟਸ ਵੀ ਪ੍ਰਮੋਟ ਕਰਾਂਗੇ। ਥੈਂਕ ਯੂ ਫॉर द ਸੁਜੈਸ਼ਨ। ਗਿੱਪੀ ਜੀ, ਐਮ ਰਮਨੀਕ ਮੁੰਗਿਆ ਇੱਧਰ। ਗਿੱਪੀ ਜੀ, ਬਾਕੀ ਤਾਂ ਸਾਰੇ ਸੀਨੀਅਰ ਹੈ, ਸਾਰੇ ਸਿਆਣੇ ਕਲਾਕਾਰ ਨੇ, ਮੰਜੇ ਹੋਏ ਕਲਾਕਾਰ। ਮੈਂ ਹੀ ਇਕੱਲਾ ਸਿਆਣਾ ਨਹੀਂ, ਸਾਰੇ ਆਪਣਾ ਰੋਲ ਬਾਖੂਬੀ ਨਿਭਾ ਲੈਂਦੇ ਨੇ। ਬੱਚਿਆਂ ਕੋਲੋਂ ਕਿਵੇਂ ਤੁਸੀਂ ਐਕਟ ਕਰਾਇਆ ਔਰ ਕਿਵੇਂ ਇਹਨਾਂ ਨੂੰ ਸਿਲੈਕਟ ਕੀਤਾ? ਇਹ ਤਾਂ ਬੱਚੇ ਬਹੁਤ, ਇਹਨੂੰ ਤਾਂ ਮੁੰਡੇ ਨੂੰ ਨੈਸ਼ਨਲ ਅਵਾਰਡ ਮਿਲਿਆ ਜੀ। ਇਹ ਬਹੁਤ ਅੱਛੇ ਐਕਟਰ ਨੇ, ਇਹ ਵੀ ਮੁੰਡਾ ਬਹੁਤ ਅੱਛਾ ਐਕਟਰ ਹੈ ਜੀ। ਔਰ ਸੱਚੀ ਦੱਸਾਂ ਤਾਂ ਇਹਨਾਂ ਨੂੰ ਕੋਈ ਸਾਨੂੰ ਇੱਦਾਂ ਦੀ ਕੋਈ ਕੁਝ ਕਰਨਾ ਨਹੀਂ ਪਿਆ ਹੈਗਾ ਕਿ ਅਸੀਂ ਇਹਨਾਂ ਨੂੰ ਸਵੀਪਰਾਂ ਨੂੰ ਕੁਝ ਦੱਸਿਆ ਜਾਂ ਕੁਝ ਕੀਤਾ। ਇਹਨਾਂ ਨੂੰ ਇਹਨਾਂ ਦਾ ਰੋਲ ਸਮਝਾਇਆ। ਬਹੁਤ ਇੰਟੈਲੀਜੈਂਟ ਐਕਟਰ ਨੇ ਇਹ, ਔਰ ਇਹ ਕਹਿ ਸਕਦੇ ਹੋ ਕਿ ਇਹ ਛੋਟਾ ਵਰਜਨ ਆਫ ਘੁੱਗੀ ਭਾਜੀ ਹੋਣੀ ਨੇ, ਤੇ ਬਹੁਤ ਸਿਆਣੇ ਨੇ ਇਹ ਜੀ। ਇਹ ਵੀ ਤੁਸੀਂ ਉਵੇਂ ਕਾਊਂਟਰ ਮੇਰੇ ਵਾਲੀ ਕੈਟਾਗਰੀ 'ਚ ਕਾਊਂਟ ਨਾ ਕਰੋ ਇਹਨਾਂ ਨੂੰ। ਮਤਲਬ ਇਹਨਾਂ ਦਾ ਮੈਂ ਇੱਕ ਗੱਲ ਦੱਸਾਂ, ਬੱਚੇ ਸਾਰਿਆਂ ਨਾਲੋਂ ਖਤਰਨਾਕ ਐਕਟਰ ਹੁੰਦੇ ਨੇ। ਉਹ ਜਿੰਨਾ ਨੈਚੁਰਲ ਕਰਦੇ ਨੇ ਨਾ, ਸਾਨੂੰ ਪਤਾ ਵੀ ਨਹੀਂ ਚੱਲਦਾ। ਵੀ ਹੈਵ ਟੂ ਮੈਚ them। ਮਤਲਬ ਇਹਨਾਂ ਦੇ ਰੀਟੇਕਸ ਘੱਟ ਹੋਏ ਬਾਕੀਆਂ ਨਾਲੋਂ? ਨਹੀਂ, ਇਹ ਤਾਂ ਐਕਚੁਅਲੀ ਸਾਡੇ ਡਾਇਰੈਕਟਰ ਸਾਹਿਬ ਬਲਜੀਤ ਸਿੰਘ ਦਿਓ ਜੀ ਇੱਥੇ ਹੈ ਨਹੀਂ ਗੇ, ਕਿਉਂਕਿ ਮੈਂ ਜ਼ਿਆਦਾ ਦੱਸ ਨਹੀਂ ਸਕਦਾ, ਕਿਉਂਕਿ ਜਦੋਂ ਮੈਂ ਸ਼ੂਟਿੰਗ 'ਤੇ ਸੀ ਉਦੋਂ ਇਹ ਨਹੀਂ ਸੀ, ਕਿਉਂਕਿ ਜਦੋਂ ਇਹ ਸ਼ੂਟਿੰਗ 'ਤੇ ਸੀ ਉਦੋਂ ਮੈਂ ਨਹੀਂ ਸੀ, ਕਿਉਂਕਿ ਮੈਂ ਇਹੀ ਹਾਂ। ਇਹ ਮੇਰਾ ਛੋਟਾ ਹੈ ਜੋਰਾ। ਜਦੋਂ ਛੋਟਾ ਮੈਂ ਤਾਂ ਛੋਟੇ ਦਾ ਪਾਰਟ ਇਹਨੇ ਨਿਭਾਇਆ ਮੇਰੇ ਵਾਲਾ, ਇਹਨੇ ਬੱਬਲ ਦਾ ਨਿਭਾਇਆ ਤੇ ਤਕਦੀਰ ਦਾ। ਸੋ ਉਹ ਉਸ ਕਰਕੇ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਕਿੰਨੇ ਕੁ ਟੇਕ ਲਏ, ਤੇ ਬਟ ਇਹ ਹੈ ਕਿ ਇਹਨਾਂ ਨੇ, ਮੈਂ ਫਿਲਮ ਦੇਖੀ ਹੈ, ਫਿਲਮ ਮੈਂ ਦੇਖੀ, ਇਹਨਾਂ ਨੇ ਬਹੁਤ ਹੀ ਅੱਛਾ ਪਰਫਾਰਮ ਕੀਤਾ, ਬਹੁਤ ਜ਼ਿਆਦਾ ਵਧੀਆ। ਐਨੀਬਡੀ ਐਲਸ? ਓਕੇ, ਸੋ ਪਹਿਲਾਂ ਆਪਾਂ ਗਰੁੱਪ ਵਾਈਜ਼ ਕਰਾਂਗੇ, ਇਸ ਤੋਂ ਬਾਅਦ ਹੈ ਜੀ ਕੁਐਸਚਨ ਜੀ। ਸਤਿ ਸ਼੍ਰੀ ਅਕਾਲ ਸਰ, ਮੇਰਾ ਨਾਮ ਗਗਨ ਹੈ ਜੀ। ਤੁਹਾਡੀ ਤੇ ਤੁਹਾਡੇ ਬੇਟੇ ਦੀ ਸੋਸ਼ਲ ਮੀਡੀਆ ਤੇ ਵਧੀਆ ਕੈਮਿਸਟਰੀ ਹੁੰਦੀ ਹੈ, ਤਾਂ ਇਸ ਫਿਲਮ 'ਚ ਤੁਹਾਡਾ ਬੇਟਾ ਵੀ ਲਿਆ ਜਾ ਸਕਦਾ ਸੀ, ਤੁਹਾਡਾ ਆਪੋਜ਼ਿਟ, ਉਸ ਨੂੰ ਕਿਉਂ ਨਹੀਂ ਲਿਆ ਤੁਸੀਂ, ਕੀ ਕਾਰਨ ਸੀ? ਐਕਚੁਅਲੀ ਜੀ ਇੱਕ ਤਾਂ ਉਹ ਪੜ੍ਹਦਾ ਬਾਹਰ ਹੈ ਜੀ, ਇੱਥੇ ਹੈ ਨਹੀਂ ਸੀ ਸ਼ੂਟਿੰਗ ਦੇ ਟਾਈਮ ਦੇ ਵਿੱਚ। ਹੁੰਦਾ ਤਾਂ ਅਸੀਂ ਲੈ ਲੈਂਦੇ, ਤੇ ਪਰ ਇਹ ਆ ਵੀ ਕਈ ਜਿਹੜੇ ਕਰੈਕਟਰ ਨੇ ਜਾਂ ਕਈ ਜਿਹੜੇ ਰੋਲ ਨੇ ਉਹ ਕਿਸੇ
ਇੱਕ ਬੱਚੇ ਲਈ ਬਣੇ, ਮਤਲਬ ਇਹ ਉਹ ਰੋਲ ਇਹਦੇ ਲਈ ਜ਼ਿਆਦਾ ਸੂਟੇਬਲ ਸੀ ਰਾਦਰ ਦੈਨ ਕਿ ਜੇ ਛਿੰਦਾ ਕਰਦਾ ਉਹਦੇ ਲਈ, ਉਹਦੇ ਨਾਲੋਂ ਜ਼ਿਆਦਾ ਇਹ ਸੂਟ ਕਰਦਾ ਸੀਗਾ। ਨਹੀਂ ਤਾਂ ਜੇ ਉਹ ਜ਼ਿਆਦਾ ਸੂਟ ਕਰਦਾ ਹੁੰਦਾ ਸੀ ਉਹ ਲੈ ਲੈਣਾ ਸੀਗਾ। ਹੁਣ ਜਦੋਂ ਉਹਨੇ ਦਿਲਜੀਤ ਵਾਲੀ ਕੀਤੀ ਫਿਲਮ ਹੌਸਲਾ, ਉਹਨਾਂ ਨੂੰ ਲੱਗਿਆ ਕਿ ਉਹ ਸੂਟ ਕਰਦਾ ਤਾਂ ਉਹਨਾਂ ਨੇ ਉਹ ਲੈ ਲਿਆ, ਤੇ ਮੈਨੂੰ ਲੱਗਿਆ ਉਹ ਕਿ ਉਹ ਸੂਟ ਕਰਦਾ ਤਾਂ ਮੈਂ ਲੈ ਲੈਣਾ ਸੀਗਾ। ਇਹ ਜ਼ਿਆਦਾ ਸੂਟ ਕਰਦੇ ਸੀ ਤੇ ਅਸੀਂ ਇਹ ਲੈ ਲਏ ਜੀ। That's it? Okay, so congratulations to Kippy sir because ਅੱਜ ਇੱਕਮ ਦਾ ਬਰਥਡੇ ਹੈ। ਹਾਂ, ਥੈਂਕ ਯੂ ਜੀ। Okay, so going forward ਹੁਣ ਆਪਾਂ ਸਭ ਤੋਂ ਪਹਿਲਾਂ ਗਰੁੱਪ ਬਾਈਟ ਕਰਾਂਗੇ ਤੇ ਇਸ ਤੋਂ ਬਾਅਦ 1-on-1 ਹੋਏਗਾ ਤੇ ਉਸ ਦੇ ਲਈ ਪਲੀਜ਼ ਪ੍ਰਭਜੋਤ ਮੈਮ ਤੋਂ ਤੁਸੀਂ ਸੀਕੁਐਂਸ ਲੈ ਲਓ 1-on-1 ਦੇ ਲਈ ਤੇ ਗਰੁੱਪ ਬਾਈਟਸ ਦੇ ਲਈ ਆ ਜਾਣ ਪਲੀਜ਼। Thank you so much and congratulations to the star cast.